ਗੁਰਦੇਵ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਤ, ਗਿਆਨ ਕੇ ਮੁਜੱਸਮ। ਕਿੰਨੇ ਵਿਸ਼ੇਸ਼ਣ ਆਪਾਂ ਲਾ ਦਈਏ। ਐਸੇ ਮਹਾਨ ਪਰਉਪਕਾਰੀ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ, ਜਿਸ ਸ਼ਬਦ ਦੇ ਵਿੱਚ ਅਰਦਾਸ ਵੀ ਹੈ ਤੇ ਜਿਸ ਸ਼ਬਦ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਵੀ ਬਖਸ਼ਿਸ਼ ਕਰਦੇ ਹਨ। ਪਹਿਲੇ 2 ਪਦਿਆਂ ਤੱਕ, 2 ਪੌੜੀਆਂ ਤੱਕ ਅਰਦਾਸ ਆਏਗੀ ਤੇ ਅਗਲੀਆਂ 2 ਪੌੜੀਆਂ ਵਿੱਚ ਸੱਚੇ ਪਾਤਸ਼ਾਹ ਜੀ ਫਿਰ ਉਪਦੇਸ਼ ਦੇਣਗੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਕਲਿਆਣ ਹੋਵੇ, ਜਗਿਆਸੂ ਦਾ ਭਲਾ ਹੋਵੇ। ਤੋ ਫਰਮਾਉਂਦੇ ਹਨ, ਤੋ ਬੇਅੰਤ ਅਵਗਤ ਅਗੋਚਰ। ਪਹਿਲਾਂ ਅਰਦਾਸ ਕਰਦੇ ਹੈ, ਐ ਮੇਰੇ ਪਰਮ ਪਰਮਾਤਮਾ ਤੂੰ ਬੇਅੰਤ ਹੈ। ਬੇਅੰਤ ਉਸ ਨੂੰ ਕਿਹਾ ਜਾਂਦਾ ਜਿਹਦਾ ਅੰਤ ਕੋਈ ਨਾ ਆਵੇ। ਤੋ ਬੇਅੰਤ ਵੀ ਇੱਕ ਸ਼ਬਦ ਆਪਾਂ ਇਖਤਿਆਰ ਕੀਤਾ ਹੋਇਆ ਹੈ। ਪਰਮਾਤਮਾ ਨੂੰ ਤਾਂ ਬੇਅੰਤ ਵੀ ਕਹਿਣਾ ਬਣਦਾ ਨਹੀਂ ਹੈ, ਕਿਉਂਕਿ ਬੇਅੰਤ ਤਾਂ ਕਵਾਂਗੇ ਆਪਾਂ ਜੇ ਕਿਸੇ ਚੀਜ਼ ਦਾ ਅੰਤ ਪਾ ਲਈਏ। ਇਹ ਅੰਤ ਸਾਡੇ ਕੋਲ ਤਾਂ ਪੈਣਾ ਕਿਸੇ ਦਾ ਨਹੀਂ। ਧਰਤੀ ਦਾ ਕਿਤੇ ਅੰਤ ਪਾ ਲਿਆ ਕਿਸੇ ਨੇ, ਤੱਕ ਵੀ ਕਿੰਨੀ ਕੁ ਭਾਰੀ ਹੈ। ਆ ਪਾਣੀ ਹੈ, ਪਾਣੀ ਦਾ ਕਿਸੇ ਨੇ ਅੰਤ ਪਾ ਲਿਆ, ਕਿੰਨਾ ਕੁ ਪਾਣੀ ਹੈ। ਹਵਾ ਕਿੰਨੀ ਕੁ ਚੱਲ ਰਹੀ ਜਾਂ ਕਿੱਥੋਂ ਚੱਲ ਰਹੀ ਹੈ, ਇਹ ਕਿਸੇ ਨੇ ਅੰਤ ਪਾ ਲਿਆ। ਜੇ ਤੱਕ ਆਕਾਸ਼ ਕਿੱਥੋਂ ਸ਼ੁਰੂ ਹੋ ਰਿਹਾ, ਕਿੱਥੋਂ ਕੁ ਤੱਕ ਹੈ, ਇਹਦਾ ਅੰਤ ਨਹੀਂ ਪਾਇਆ। ਅੱਗ ਜਿਹੜੀ ਹੈ, ਅੱਗ ਕਿੰਨੀ ਕੁ ਵੱਧ ਰਹੀ ਹੈ ਸਾਰੇ ਸੰਸਾਰ ਦੇ ਵਿੱਚ। ਸਮੁੰਦਰਾਂ ਦੇ ਵਿੱਚ ਵੀ ਅੱਗ ਵੱਧ ਰਹੀ ਹੈ। ਤੋ ਇਹਦਾ ਅੰਤ ਨਹੀਂ ਕਿਸੇ ਪਾਸੋਂ ਪਾਇਆ ਜਾਂਦਾ ਹੈ। ਇਹਨਾਂ ਤੱਤਾਂ ਦਾ ਅੰਤ ਨਹੀਂ ਪਾਇਆ ਜਾਂਦਾ, ਕੁਦਰਤ ਦਾ ਅੰਤ ਨਹੀਂ ਪਾਇਆ ਜਾਂਦਾ। ਤੇ ਕੁਦਰਤ ਨੂੰ ਜਿਹੜਾ ਰਚਣ ਵਾਲਾ ਹੈ, ਉਸ ਦਾ ਅੰਤ ਕਿੱਥੋਂ ਪਾਇਆ ਜਾ ਸਕਦਾ। ਜਿਵੇਂ ਕੋਈ ਹੁਨਰ ਸੰਗਤ ਜੀ, ਬੰਦਾ ਹੁਨਰਵਾਨ ਹੈ, ਉਸਨੇ ਕੋਈ ਚੀਜ਼ ਤਿਆਰ ਕੀਤੀ ਹੋਵੇ ਬੜੀ ਸੋਹਣੀ, ਤੇ ਦੂਜੇ ਲੋਕ ਫਿਰ ਉਸ ਨੂੰ ਦੇਖ ਕਰਕੇ ਹੈਰਾਨ ਹੁੰਦੇ ਆ ਕਿ ਕਿੱਡੀ ਸੋਹਣੀ ਆ ਵਸਤੂ ਬਣਾਈ ਹੋਈ ਹੈ। ਤੇ ਫਿਰ ਕਈ ਸਿਆਣੇ ਲੋਕ ਇਹ ਵਿਚਾਰ ਕਰਦੇ ਆ ਕਿ ਜਿਸ ਨੇ ਬਣਾਈ ਹੈ ਤੇ ਉਹ ਬੰਦਾ ਕਿੰਨਾ ਸਿਆਣਾ ਹੋਏਗਾ। ਇੱਕ ਕਿੱਡੀ ਵਧੀਆ ਚੀਜ਼ ਬਣਾ ਦਿੱਤੀ, ਉਹਦੇ ਵਿੱਚ ਕਿੰਨਾ ਹੁਨਰ ਹੋਣਾ ਹੋਰ ਵੀ। ਇਸੇ ਤਰ੍ਹਾਂ ਜਿਹੜੇ ਦੁਨੀਆ ਅੰਦਰ ਸਿਆਣੇ ਲੋਕ ਹਨ, ਉਹ ਫਿਰ ਇਸ ਦੀ ਵਿਚਾਰ ਕਰਦੇ ਆ ਕਿ ਆਹ ਦੁਨੀਆ ਜਿਹੜੀ ਆਪਾਂ ਦੇਖ ਰਹੇ, ਇਹਦਾ ਕੋਈ ਅੰਤ ਨਹੀਂ ਆ ਰਿਹਾ। ਆਹ ਰਚਨਾ ਦਾ ਕੋਈ ਅੰਤ ਨਹੀਂ ਹੈ, ਤੇ ਜਿਹੜਾ ਬਣਾਉਣ ਵਾਲਾ ਫਿਰ ਉਹਦਾ ਅੰਤ ਕਿੱਥੋਂ ਆਵੇ। ਫਿਰ ਉਹਨੂੰ ਸਮਝਣ ਵਾਸਤੇ ਬੇਅੰਤ ਸ਼ਬਦ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਦਿੱਤਾ ਕਿ ਉਹਨੂੰ ਫਿਰ ਬੇਅੰਤ ਹੀ ਕਹਿਣਾ ਬਣਦਾ। ਅਵਗਤ, ਗਤ ਨਾਮ ਹੈ ਪ੍ਰਾਪਤੀ ਦਾ, ਅਵ ਨਾਮ ਹੈ ਰਹਿਤ ਦਾ। ਉਹ ਕਿਸੇ ਦੇ ਹੱਥਾਂ ਦੀ ਪ੍ਰਾਪਤੀ ਨਹੀਂ ਹੈ ਵੀ ਹੱਥਾਂ ਦੇ ਨਾਲ ਪਰਮਾਤਮਾ ਨੂੰ ਕੋਈ ਪਕੜ ਲਿਆਵੇ, ਜਾਂ ਅਵਗਤ ਨਾਮ ਹੈ ਵਿਅਕਤੀਗਤ ਤੋਂ ਪਰਮਾਤਮਾ ਰਹਿਤ ਹੈ। ਸਾਡੇ ਵਾਂਗ ਵਿਅਕਤੀ ਨਹੀਂ ਹੈ। ਇਹ ਤਾਂ ਆਪਾਂ ਮਨੁੱਖਾਂ ਨੇ ਕਲਪਿਆ ਹੋਇਆ ਨਾ ਕਿ ਪਰਮਾਤਮਾ ਇੱਦਾਂ ਦਾ ਹੋਏਗਾ। ਉਹ ਪਰਮਾਤਮਾ ਕੋ ਵਿਅਕਤੀ ਰੂਪ ਦੇ ਵਿੱਚ ਤਾਂ ਨਹੀਂ, ਕਿਉਂਕਿ ਜਿਹੜਾ ਵਿਅਕਤੀ ਹੁੰਦਾ ਹੈ ਉਹ ਤਾਂ ਫਿਰ ਇੱਕ ਥਾਂ 'ਤੇ ਸਾਨੂੰ ਮੰਨਣਾ ਪਵੇਗਾ ਕਿ ਇੱਕ ਥਾਂ 'ਤੇ ਹੋਵੇਗਾ। ਤੇ ਪਰਮਾਤਮਾ ਤਾਂ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਵਾਹਿਗੁਰੂ ਤਾਂ ਕਣ ਕਣ ਵਿੱਚ ਵਰਤ ਰਿਹਾ ਹੈ। ਫਿਰ ਉਹ ਸੰਗਤ ਜੀ ਵਿਅਕਤੀ ਨਹੀਂ ਆਪਾਂ ਕਹਿ ਸਕਦੇ ਪਰਮਾਤਮਾ ਨੂੰ। ਉਹ ਤਾਂ ਐ ਜਿਵੇਂ ਸੂਰਜ ਦੀ ਰੌਸ਼ਨੀ ਕਣ ਕਣ ਦੇ ਵਿੱਚ ਪੈ ਰਹੀ ਹੈ, ਆਕਾਸ਼ ਦਾ ਅਕਸ਼ ਕਣ ਕਣ ਦੇ ਵਿੱਚ ਪੈ ਰਿਹਾ ਹੈ, ਪੈਂਦਾ ਹੋਇਆ ਵੀ ਫਿਰ ਵੀ ਨਿਰਲੇਪ ਹੈ। ਜਿਵੇਂ ਸੂਰਜ ਦੀ ਰੌਸ਼ਨੀ ਗੰਦਗੀ 'ਤੇ ਪੈ ਰਹੀ ਹੈ, ਤੇ ਗੰਦਗੀ 'ਤੇ ਪੈਣ ਕਰਕੇ ਸੂਰਜ ਦੀ ਰੌਸ਼ਨੀ ਗੰਦੀ ਨਹੀਂ ਹੋ ਰਹੀ। ਸੂਰਜ ਦੀ ਰੌਸ਼ਨੀ ਫੁੱਲਾਂ 'ਤੇ ਪੈ ਰਹੀ ਹੈ, ਤੇ ਫੁੱਲਾਂ 'ਤੇ ਪੈਣ ਕਰਕੇ ਸੂਰਜ ਦੀ ਰੌਸ਼ਨੀ ਸੁਗੰਧੀ ਵਾਲੀ ਨਹੀਂ ਹੋ ਰਹੀ। ਰੌਸ਼ਨੀ ਪੈ ਕਰਕੇ ਫਿਰ ਵੀ ਵੱਖਰੀ ਹੈ, ਨਿਰਲੇਪ ਹੈ, ਪ੍ਰਕਾਸ਼ ਹੈ। ਬਸ ਇਸ ਤਰ੍ਹਾਂ ਹੀ ਆਪਾਂ ਸਮਝ ਲਈਏ ਪਰਮਾਤਮਾ, ਇਸੇ ਤਰ੍ਹਾਂ ਹੀ ਉਹ ਪਰਮਾਤਮਾ ਵਿਆਪਕ ਹੋ ਰਿਹਾ ਹੈ। ਜਿਵੇਂ ਮਹਾਰਾਜ ਕਹਿੰਦੇ ਆ ਕਿ ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਬਨਸਪਤ ਨਾਮ ਹੈ ਲੱਕੜ ਦਾ। ਸਾਰੀਆਂ ਲੱਕੜਾਂ ਦੇ ਵਿੱਚ ਅੱਗ ਹੈ ਪਰ ਪ੍ਰਗਟ ਨਹੀਂ ਨਾ। ਸਾਰੇ ਦੁੱਧ ਦੇ ਵਿੱਚ ਘਿਓ ਦੀ ਅੰਸ਼ ਹੈ ਪਰ ਪ੍ਰਗਟ ਨਹੀਂ ਹੈ। ਉਹ ਪ੍ਰਗਟ ਕਰਨ ਵਾਸਤੇ ਯਤਨ ਕਰਨਾ ਪੈਂਦਾ। ਇਸੇ ਤਰ੍ਹਾਂ ਪਰਮਾਤਮਾ ਕਣ ਕਣ ਦੇ ਵਿੱਚ ਹੈ, ਉਹਨੂੰ ਪ੍ਰਗਟ ਕਰਨ ਵਾਸਤੇ ਮਹਾਰਾਜ ਕਹਿੰਦੇ ਯਤਨ ਕਰਨਾ ਪੈਂਦਾ। ਉਹ ਤਾਂ ਐ ਮੁਕਰ ਮਾਹੀ ਜੈਸੇ ਛਾਈ, ਜਿਵੇਂ ਸ਼ੀਸ਼ੇ ਦੇ ਵਿੱਚ ਸਾਡਾ ਪਰਛਾਵਾਂ ਦਿਸ ਰਿਹਾ ਹੈ। ਉਹ ਸਾਡਾ ਪਰਛਾਵਾਂ ਜਿਹੜਾ ਹੈ ਸ਼ੀਸ਼ੇ ਵਿੱਚ ਵੀ ਦਿਸ ਰਿਹਾ, ਅਸੀਂ ਵੱਖਰੇ ਵੀ ਹਾਂ। ਤੇ ਪਰਛਾਵਾਂ ਜਿਹੜਾ ਸ਼ੀਸ਼ੇ 'ਚ ਦਿਸ ਰਿਹਾ, ਉਹਨੂੰ ਚਾਹੇ ਕੋਈ ਆਪਾਂ ਮਾਰੀ ਜਾਈਏ, ਸਾਡੇ 'ਤੇ ਕੋਈ ਅਸਰ ਨਹੀਂ। ਚਾਹੇ ਸ਼ੀਸ਼ਾ ਭੰਨ ਦਈਏ ਤੇ ਉਹਦਾ ਪਰਛਾਵਾਂ ਸੀ ਵਿੱਚ, ਉਹ ਕਿੱਥੇ ਗਿਆ,
ਉਹ ਦੁਬਾਰਾ ਸਾਡੇ ਸਰੂਪ ਦੇ ਵਿੱਚ ਹੀ ਆ ਮਿਲਦਾ ਹੈ। ਤੋ ਇੱਦਾਂ ਹੀ ਕੁਝ ਕਹਾਣੀ ਹੈ ਇਹ ਗੂੜੀ। ਤਰੋ ਵਿਚਾਰ ਮਾਰੇ ਤੇ ਕਹਿੰਦੇ ਅਵਿਗਤ। ਅਵਿਗਤ ਦਾ ਅਰਥ ਹੈ ਵਿਅਕਤੀਗਤ ਤੋਂ ਰਹਿਤ। ਉਹ ਪਰਮਾਤਮਾ ਸਾਡੇ ਵਾਂਗ ਕੋ ਵਿਅਕਤੀ ਨਹੀਂ। ਜੇ ਪਰਮਾਤਮਾ ਨੂੰ ਆਪਣੇ ਵਾਂਗ ਕੋ ਵਿਅਕਤੀ ਮੰਨਾਂਗੇ ਆਪਾਂ, ਤਾਂ ਫਿਰ ਜਿਹੜੇ ਸਾਡੇ ਸੰਗਤ ਜੀ ਨਿਯਮ ਹੈ ਵਿਅਕਤੀਆਂ ਦੇ, ਉਹ ਫਿਰ ਪਰਮਾਤਮਾ 'ਤੇ ਵੀ ਲਾਗੂ ਹੋਣਗੇ। ਆਪਾਂ ਜੰਮਦੇ ਹਾਂ, ਮਰਦੇ ਹਾਂ, ਫਿਰ ਕਹਿਣਾ ਪਏਗਾ ਪਰਮਾਤਮਾ ਵੀ ਜੰਮਦਾ ਹੈ, ਮਰਦਾ ਹੈ। ਅਤੇ ਫਿਰ ਆਪਾਂ ਦੁਖੀ ਹਾਂ, ਸੁਖੀ ਹਾਂ, ਫਿਰ ਕਹਿਣਾ ਪਏਗਾ ਪਰਮਾਤਮਾ ਵੀ ਦੁਖੀ ਸੁਖੀ ਹੈ। ਆਪਾਂ ਵੱਧਦੇ ਹਾਂ, ਘਟਦੇ ਹਾਂ, ਫਿਰ ਕਹਿਣਾ ਪਏਗਾ ਪਰਮਾਤਮਾ ਵੀ ਵੱਧਦਾ ਘਟਦਾ ਹੈ। ਪਰ ਐਸਾ ਹੈ ਨਹੀਂ, ਕਿਉਂਕਿ ਜਿੰਨੇ ਵੀ ਸਾਡੇ ਧਰਮ ਗ੍ਰੰਥ ਹੈ ਆਪਣੇ, ਤਾਂ ਉਹਨਾਂ ਵਿੱਚ ਵਿਚਾਰ ਹੈ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਦਸਮ ਗ੍ਰੰਥ ਵਿੱਚ ਕਹਿੰਦੇ ਹੈ ਕਲਗੀਧਰ ਪਾਤਸ਼ਾਹ ਜੀ ਕਿ ਘਾਟ ਨਾ ਘਾਟ ਹੈ, ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਉਹ ਨਾ ਤੇ ਘੱਟ ਹੈ, ਨਾ ਵੱਧ ਹੈ, ਨਾ ਹੀ ਘੱਟ ਵੱਧ ਹੁੰਦਾ ਹੈ। ਘੱਟ ਤਾਂ ਉਹਨੂੰ ਕਹੀਏ ਨਾ ਵੀ ਜਿਹੜੀ ਚੀਜ਼ ਕਦੇ ਵੱਧਦੀ ਹੋਵੇ, ਅਤੇ ਵੱਧ ਉਹਨੂੰ ਕਹੀਏ ਜਿਹੜੀ ਚੀਜ਼ ਘਟਦੀ ਹੋਵੇ। ਉਹ ਤਾਂ ਇੱਕ ਰਸ ਹੈ ਪਰਮਾਤਮਾ ਸਦਾ ਹੀ। ਸੋ ਇਸ ਤਰੀਕੇ ਦੇ ਨਾਲ ਉਹ ਅਵਿਗਤ। ਅਵਿਗਤ ਦਾ ਭਾਵ ਹੈ ਵਿਅਕਤੀਗਤ ਤੋਂ ਰਹਿਤ। ਸਾਡੇ ਵਾਂਗ ਉਹ ਵਿਅਕਤੀ ਨਹੀਂ ਹੈ। ਉਹ ਤਾਂ ਇੱਕ ਵਿਆਪਕ ਤਾਕਤ ਹੈ, ਹੋਂਦ ਵਾਲੀ ਹੈ। ਫਿਰ ਅਗੋਚਰ। ਅਗੋਚਰ ਦਾ ਅਰਥ ਹੁੰਦਾ ਸੰਗਤ ਜੀ ਆਪਣੇ ਇੰਦਰੀਆਂ ਦੇ ਅਵਿਸ਼ੇ ਹੈ। ਇਹਨਾਂ ਅੱਖਾਂ ਦੇ ਨਾਲ ਉਹਨੂੰ ਦੇਖਿਆ ਨਹੀਂ ਜਾ ਸਕਦਾ ਹੈ ਪਰਮਾਤਮਾ ਨੂੰ। ਉਹ ਅਵਿਸ਼ੇ ਹੈ ਸਾਡੇ ਕੋਲ ਹੀ ਬੈਠਾ, ਸਾਡੇ ਅੰਦਰ ਹੀ ਬੈਠਾ ਹੋਇਆ, ਪਰ ਇਹਨਾਂ ਅੱਖਾਂ ਰਾਹੀਂ ਦਿਸ ਨਹੀਂ ਰਿਹਾ। ਹਰੇਕ ਪ੍ਰਾਣੀ ਮਾਤਰ ਦੇ ਵਿੱਚ ਹੈ। ਉਹ ਜਿਨ੍ਹਾਂ ਨੂੰ ਅੱਖਾਂ ਪ੍ਰਾਪਤ ਹੁੰਦੀਆਂ, ਜਿਵੇਂ ਬੁੱਲੇ ਸ਼ਾਹ ਨੂੰ ਕੋਈ ਕਹਿੰਦੇ ਬੁੱਲਿਆ ਰੱਬ ਕਿੱਥੇ ਹੈ, ਤਾਂ ਬੁੱਲਾ ਜੀ ਕਹਿੰਦੇ ਕਿ ਬੁੱਲਿਆ ਰੱਬ ਤੇਥੋਂ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ। ਉਹ ਸਾਡੀ ਅੱਖ ਨਹੀਂ ਵੇਖਣ ਵਾਲੀ। ਹਰਨਾਕਸ਼ ਨੇ ਕਿਹਾ ਸੀ ਪ੍ਰਹਲਾਦ ਨੂੰ ਕਿੱਥੇ ਹੈ ਤੇਰਾ ਭਗਵਾਨ, ਤਾਂ ਪ੍ਰਹਲਾਦ ਜੀ ਕਹਿੰਦੇ ਤੇ ਉਹ ਤਾਂ ਸਾਰੀਆਂ ਥਾਵਾਂ 'ਤੇ ਇਹ ਭਗਵਾਨ, ਤੁਹਾਡੇ ਵਿੱਚ ਵੀ ਭਗਵਾਨ, ਮੇਰੇ 'ਚ ਵੀ ਭਗਵਾਨ, ਆਹ ਜਿੰਨੇ ਦੈਂਤ ਖੜੇ ਨੇ ਸਾਰਿਆਂ 'ਚ ਭਗਵਾਨ ਦੀ ਜੋਤ ਹੈ। ਉਹ ਕਹਿੰਦਾ ਥੰਮ ਵਿੱਚ ਵੀ ਭਗਵਾਨ ਹੈ, ਕਹਿੰਦੇ ਹਾਂ ਥੰਮ ਵਿੱਚ ਵੀ ਭਗਵਾਨ ਹੈ। ਸੋ ਇਸ ਤਰੀਕੇ ਦੇ ਨਾਲ ਉਹ ਤਾਂ ਕਣ ਕਣ ਵਿੱਚ ਸੰਗਤ ਜੀ ਵਿਆਪਕ ਹੈ। ਤੋ ਉਹ ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ। ਇਹਨਾਂ ਅੱਖਾਂ ਦੇ ਰਾਹੀਂ ਉਸ ਨੂੰ ਸੰਗਤ ਜੀ ਦੇਖਿਆ ਨਹੀਂ ਜਾ ਸਕਦਾ ਹੈ, ਕਿਉਂਕਿ ਜਿਹੜਾ ਹੈ ਹੀ ਵਿਆਪਕ ਹੈ ਪਰਮਾਤਮਾ, ਉਹਨੂੰ ਕੀ ਆਪਾਂ ਇਹਨਾਂ ਅੱਖਾਂ ਨਾਲ ਦੇਖਾਂਗੇ। ਪਰ ਇਹ ਨਹੀਂ ਕਿ ਜਿਹੜੀ ਚੀਜ਼ ਅੱਖਾਂ ਨਾਲ ਦਿਖਦੀ ਨਹੀਂ ਤੇ ਉਹ ਹੈ ਹੀ ਨਹੀਂ। ਕਈਆਂ ਦੇ ਐਸੇ ਵਿਚਾਰ ਵੀ ਹੈ, ਉਹ ਕਹਿੰਦੇ ਸਵਾਲ ਕਰਦੇ ਕਈ, ਕਹਿੰਦੇ ਜੀ ਜੇ ਰੱਬ ਹੈਗਾ ਤਾਂ ਦਿਖਾਓ, ਜੇ ਹੈਗਾ ਤਾਂ ਦਿਖਾਓ, ਜੇ ਹੈ ਨਹੀਂ ਹੈ ਤਾਂ ਫਿਰ ਤੁਸੀਂ ਕਾਹਨੂੰ ਰੌਲਾ ਪਾਈ ਜਾਂਦੇ। ਜਿਹੜੀ ਚੀਜ਼ ਦਿਖਦੀ ਨਹੀਂ ਉਹ ਤਾਂ ਹੁੰਦੀ ਹੀ ਨਹੀਂ ਹੈ। ਇੱਦਾਂ ਦੀ ਕਈ ਵਿਚਾਰ ਦਿੰਦੇ ਹਨ, ਪਰ ਉਹ ਲੋਕ ਇਹ ਨਹੀਂ ਸਮਝਦੇ ਕਿ ਦੁਨੀਆ ਵਿੱਚ ਐਸੀਆਂ ਬੇਅੰਤ ਚੀਜ਼ਾਂ ਨੇ ਜਿਹੜੀਆਂ ਹੈਗੀਆਂ ਪਰ ਦਿਖਦੀਆਂ ਨਹੀਂ। ਜ਼ਿਆਦਾ ਗਹਿਰਾਈ ਵਿੱਚ ਕੀ ਜਾਈਏ, ਹਵਾ ਤਾਂ ਆਪਾਂ ਸਾਰੇ ਹੀ ਦੇਖਦੇ ਹਾਂ। ਹਵਾ ਸਾਰੀ ਆਪਾਂ ਸਾਹ ਲੈਂਦੇ ਹਾਂ ਨਾ, ਹਵਾ ਚੱਲ ਰਹੀ ਹੈ, ਸਾਨੂੰ ਸਪਰਸ਼ ਹੁੰਦੀ ਹੈ। ਗਰਮੀਆਂ 'ਚ ਗਰਮ ਲੂਆਂ ਵਗਦੀਆਂ, ਸਿਆਲ ਵਿੱਚ ਠੰਡੀ ਲੱਗਦੀ ਹੈ, ਅਤੇ ਹਵਾ ਕਿਹਨੇ ਦੇਖੀ ਹੈ? ਹਵਾ ਤਾਂ ਨਹੀਂ ਨਾ ਦਿਖਦੀ ਹੈ। ਫਿਰ ਸਾਨੂੰ ਭੁੱਖ ਲੱਗਦੀ ਹੈ, ਅਤੇ ਸਾਡੇ ਦਰਦ ਹੁੰਦੀ ਹੈ, ਪਿਆਸ ਲੱਗਦੀ ਹੈ। ਰੋਟੀ ਆਪਾਂ ਦੇਖਦੇ ਹਾਂ, ਖਾਂਦੇ ਹਾਂ, ਪਰ ਭੁੱਖ ਤਾਂ ਨਹੀਂ ਦੇਖੀ ਕਿ ਉਹ ਕਿੱਥੇ ਹੈ ਸਾਡੇ ਅੰਦਰ, ਕਿਹੋ ਜਿਹੀ ਹੁੰਦੀ ਹੈ ਭੁੱਖ। ਜਦੋਂ ਭੁੱਖ ਲੱਗਦੀ ਹੈ ਤਾਂ ਉਹ ਕਿੱਦਾਂ ਦਾ ਆਕਾਰ ਹੈ ਉਸ ਦਾ ਭੁੱਖ ਦਾ। ਤੋ ਇਸ ਤਰ੍ਹਾਂ ਸੰਗਤ ਜੀ ਆਪਾਂ ਇਹੋ ਜਿਹੀਆਂ ਬੇਅੰਤ ਚੀਜ਼ਾਂ ਨੇ। ਇੱਕ ਮਹਾਤਮਾ ਨੂੰ ਕਿਸੇ ਨੇ ਪੁੱਛਿਆ ਜੀ ਕਿੱਥੇ ਰੱਬ ਹੈ ਤਾਂ ਦਿਖਾਓ। ਤੋ ਮਹਾਤਮਾ ਨੇ ਸੰਗਤ ਜੀ ਹੱਥ ਵਿੱਚ ਵੱਟਾ ਫੜਿਆ ਹੋਇਆ ਸੀ, ਖਿੱਚ ਕੇ ਉਹਦੇ ਦਰਦ ਉਹਦੇ ਮਾਰਿਆ ਪੈਰ ਉੱਤੇ, ਪੈਰ 'ਤੇ ਬੜੀ ਜ਼ੋਰ ਨਾਲ ਵੱਜਾ, ਉਹਦੀ ਚੀਖ ਨਿਕਲ ਗਈ। ਕਹਿਣ ਲੱਗਾ ਮਹਾਤਮਾ ਜੀ ਤੁਸੀਂ ਮੇਰੇ ਪੈਰ 'ਤੇ ਵੱਟਾ ਮਾਰਿਆ, ਮੇਰੀ ਦਰਦ ਬੜੀ ਹੋਣ ਲੱਗ ਪਈ ਹੈ। ਮਹਾਤਮਾ ਕਹਿੰਦੇ ਕੀ ਤੂੰ ਗੱਲ ਕਰਦਾ ਹੈ, ਕਿੱਥੇ ਹੈ ਦਰਦ, ਲਿਆ ਮੈਨੂੰ ਦਿਖਾ, ਮੈਂ ਫੜ ਕੇ ਦੇਖਾਂ ਕਿੱਦਾਂ ਦੀ ਦਰਦ ਹੁੰਦੀ ਹੈ। ਉਹ ਚੁੱਪ ਕਰ ਗਿਆ। ਕਹਿੰਦੇ ਬਸ ਇਸੇ ਤਰ੍ਹਾਂ ਹੀ ਦਰਦ ਸੀ ਤੇਰੇ ਅੰਦਰ, ਅਤੇ ਵੱਟਾ ਵੱਜਾ ਅਤੇ ਉਹ ਦਰਦ ਪ੍ਰਗਟ ਹੋਈ ਹੈ। ਇੱਦਾਂ ਪਰਮਾਤਮਾ ਹੈ ਸਾਡੇ ਅੰਦਰ। ਜਦੋਂ ਉਸ ਦੀ ਸਾਧਨਾ ਕਰਾਂਗੇ, ਬੰਦਗੀ ਕਰਾਂਗੇ, ਤਾਂ ਫਿਰ ਉਹ ਪ੍ਰਗਟ ਹੋ ਆਉਂਦਾ ਹੈ। ਸਾਰੇ ਦੁੱਧ ਦੇ ਵਿੱਚ ਘਿਓ ਦੀ ਅੰਸ਼ ਹੁੰਦੀ ਹੈ ਨਾ, ਜਦੋਂ ਦੁੱਧ ਨੂੰ ਡਿੜਕਾਂਗੇ ਤਾਂ ਫਿਰ ਪ੍ਰਗਟ ਹੁੰਦਾ ਹੈ ਘਿਓ। ਸਾਰੀਆਂ ਲੱਕੜਾਂ ਵਿੱਚ ਅੱਗ ਹੈ, ਪਰ ਜਦੋਂ ਚੁੱਲ੍ਹੇ ਦੇ ਵਿੱਚ ਲਿਆ ਕਰਕੇ ਬਾਹਰੋਂ ਅੱਗ ਲਾਵਾਂਗੇ ਉਹਨੂੰ, ਤਾਂ ਫਿਰ ਉਹ ਬਾਕੀ ਦੀ ਅੱਗ ਉਸ ਲੱਕੜ ਦੇ ਵਿੱਚੋਂ ਹੀ ਪ੍ਰਗਟ ਹੋ ਆਉਂਦੀ ਹੈ। ਸੋ ਇਸ ਤਰੀਕੇ ਦੇ ਨਾਲ ਉਹ ਪਰਮਾਤਮਾ ਹੈ, ਪਰ ਮਹਾਰਾਜ ਕਹਿੰਦੇ ਹੈ ਉਹ ਅਗੋਚਰ, ਇੰਦਰੀਆਂ ਦੇ ਅਵਿਸ਼ੇ ਹੈ। ਇਹ ਮੇਰੇ ਵਾਹਿਗੁਰੂ ਤੂੰ ਬੇਅੰਤ ਹੈ, ਅਵਗਤ ਵਿਅਕਤੀਗਤ ਤੋਂ ਰਹਿਤ ਹੈ,
ਅਗੋਚਰ ਇੰਦਰੀਆਂ ਦੇ ਅਵਿਸ਼ੇ ਹੈ। ਇਹੋ ਸਭ ਤੇਰਾ ਆਕਾਰ। ਫਿਰ ਇਹ ਜਿੰਨਾ ਵੀ ਆਕਾਰ ਹੈ, ਜਿੰਨੀ ਵੀ ਰਚਨਾ ਦਿਸ ਰਹੀ ਹੈ ਸਾਨੂੰ, ਇਹ ਮਹਾਰਾਜ ਜੀ ਵੀ ਸਾਰੀ ਤੇਰੀ ਬਣਾਈ ਹੋਈ ਹੈ। ਕੋਈ ਪੁੱਛ ਲਵੇ ਜੀ ਆਹ ਦੁਨੀਆ ਕਿਹਨੇ ਬਣਾਈ ਹੈ, ਤਾਂ ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਕਿ ਇਹ ਦੁਨੀਆ ਵੀ ਉਸੇ ਪ੍ਰਮਾਤਮਾ ਨੇ ਬਣਾਈ, ਕਿਉਂਕਿ ਆਪਾਂ ਤਾਂ ਬਣਾਈ ਨਹੀਂ ਹੈ। ਆਪਾਂ ਜਿਹੜੇ ਹਾਂ ਹੁਣ ਦੁਨੀਆ ਵਿੱਚ ਇਸ ਸਮੇਂ ਇਹ ਜਿਹੜਾ ਸਮਾਂ ਵਰਤਮਾਨ ਹੈ, ਵਰਤਮਾਨ ਵਿੱਚ ਜਿੰਨੇ ਆਪਾਂ ਜਿਉਂਦੇ ਹਾਂ ਹੁਣ, ਆਪਾਂ ਤਾਂ ਬਣਾਈ ਨਹੀਂ ਦੁਨੀਆ। ਸਾਡੇ ਤੋਂ ਜਿਹੜੇ ਪਹਿਲਾਂ ਸਨ ਅਤੇ ਉਹਨਾਂ ਤੋਂ ਵੀ ਪਹਿਲਾਂ ਕੋਈ ਸੀ। ਕਰਦਿਆਂ ਕਰਾਉਂਦਿਆਂ ਸੰਗਤ ਜੀ ਅਖੀਰ ਗੱਲ ਜਿਹੜੀ ਹੈ ਇੱਕੋ ਪਰਮਾਤਮਾ ਦੇ ਜਾ ਨਿਬੜਨੀ ਹੈ ਕਿ ਕੋਈ ਐਸੀ ਸ਼ਕਤੀ ਹੈ ਜਿਹੜੀ ਇਸ ਦੁਨੀਆ ਨੂੰ ਬਣਾਉਣ ਵਾਲੀ ਹੈ। ਆ ਦੁਨੀਆ ਦੇ ਨਵੀਆਂ ਨਵੀਆਂ ਕਾਢਾਂ ਸੰਗਤ ਜੀ ਹੁੰਦੀਆਂ ਨੇ ਅਤੇ ਕਾਢਾਂ ਹੋ ਰਹੀਆਂ ਨੇ, ਪਰ ਇਹਨਾਂ ਕਾਢਾਂ ਦਾ ਚਾਹੇ ਮੋਬਾਇਲ ਹੀ ਹੈ, ਮੋਬਾਇਲ ਦੇ ਵਿੱਚ ਆਪਾਂ ਕੀ ਕੁਝ ਦੇਖ ਲੈਂਦੇ ਹਾਂ, ਪਰ ਇਹਦੀ ਵੀ ਤਾਂ ਸਾਰੀ ਜਿੰਨੀ ਵੀ ਅੰਦਰਲੀ ਰਿਪੋਰਟ ਹੈ ਉਹਦੇ ਕੋਈ ਨਾ ਕੋਈ ਤਾਂ ਬੈਠੇ ਹੋਏ ਨਾ। ਆਪਾਂ ਦੇਖਦੇ ਹਾਂ ਕੋਈ ਵੀ ਚੀਜ਼ ਚਾਹੇ ਇੰਟਰਨੈੱਟ ਉੱਤੇ, ਜਦੋਂ ਆਪਣੇ ਫੋਨ ਵਿੱਚ ਇੰਟਰਨੈੱਟ ਲਾਗੂ ਹੋ ਜਾਂਦਾ, ਚਾਲੂ ਹੋ ਜਾਂਦਾ, ਜਿਹੜੀ ਵੀ ਚੀਜ਼ ਆਪਾਂ ਕੋਈ ਦੇਖਣ ਦੀ ਕੋਸ਼ਿਸ਼ ਕਰਦੇ, ਕਦੀ ਵਾਰੀ ਸਰਚ ਕੀਤੀ ਅਤੇ ਜਿਹੜੀਆਂ ਕੁਝ ਐਪਲੀਕੇਸ਼ਨਾਂ ਨੇ ਉਹ ਸਾਨੂੰ ਵਾਰ-ਵਾਰ ਉਹਦੇ ਵਿੱਚ ਫਿਰ ਉਹ ਐਡਾਂ ਆਉਣ ਲੱਗ ਪੈਂਦੀਆਂ ਹਨ। ਫੇਸਬੁੱਕ 'ਤੇ ਚਾਹੇ ਦੇਖ ਲੈਂਦੇ, ਜਿਹੜੀ ਚੀਜ਼ ਇੱਕ ਵਾਰ ਆਪਾਂ ਸੰਗਤ ਜੀ ਕਿਤੇ ਹੋਰ ਥਾਂ 'ਤੇ ਸਰਚ ਕੀਤੀ ਹੈ, ਚਾਹੇ ਗੂਗਲ 'ਤੇ, ਅਤੇ ਉਹਦੀ ਜਿਹੜੀ ਐਡ ਹੈ ਸਾਨੂੰ ਸਾਡੇ ਉਹਦੇ ਆਉਣ ਲੱਗ ਪੈਣੀ। ਇਹਦਾ ਮਤਲਬ ਹੈ ਕਿ ਸਾਨੂੰ ਕੋਈ ਪਿੱਛੇ ਦੇਖ ਰਿਹਾ ਹੈ, ਵੱਡੇ ਵੱਡੇ ਕੰਪਨੀਆਂ ਦੇ ਲੋਕ ਦੇਖਦੇ ਨੇ। ਤੋ ਇਹ ਦੁਨੀਆ ਦੇ ਲੋਕਾਂ ਨੇ ਬਣਾਇਆ ਮੋਬਾਇਲ, ਅਤੇ ਮੋਬਾਇਲ ਦੇ ਵਿੱਚ ਵੀ ਦੇਖੋ ਕਿ ਬਣਾਉਣ ਵਾਲੇ ਦੇ ਹੱਥ ਦੇ ਵਿੱਚ ਤਾਕਤ ਹੈ ਸਾਰੀ, ਚਾਹੇ ਕਿੰਨੀਆਂ ਐਪਲੀਕੇਸ਼ਨਾਂ ਬਣਾਈਆਂ ਜਾਂਦੀਆਂ ਨੇ। ਤੋ ਫਿਰ ਆਹ ਦੁਨੀਆ ਬਣ ਗਈ, ਐਵੇਂ ਥੋੜ੍ਹੀ ਬਣ ਗਈ ਹੈ, ਅਤੇ ਇਹਦੀ ਵੀ ਦਵਾਗ ਡੋਰ ਕਿਸੇ ਦੇ ਹੱਥ ਵਿੱਚ ਹੈ, ਉਹ ਫਿਰ ਕਹਿਣਾ ਪਏਗਾ ਉਹ ਪ੍ਰਮਾਤਮਾ ਹੀ ਹੈ, ਅਤੇ ਉਹਦੇ ਹੱਥ ਹੀ ਵਾਗ ਡੋਰ ਹੈ। ਇੰਨੀ ਸਾਰੀ ਦੁਨੀਆ ਜਿੰਨੀ ਵੀ ਆਪਾਂ, ਇੱਕ ਬੰਦੇ ਦੇ ਦਿਮਾਗ ਦਾ ਕੋਈ ਅੰਤ ਨਹੀਂ ਪਾ ਸਕਦਾ ਹੈ, ਅਤੇ ਵੀ ਉਹਦੇ ਦਿਮਾਗ ਦੇ ਵਿੱਚ ਕਿੰਨੀ ਸੰਗਤ ਦੀ ਮੈਮਰੀ ਹੈ, ਕਿੰਨੀ ਤਾਕਤ ਉਹਦੇ ਦਿਮਾਗ ਦੇ ਵਿੱਚ। ਇੱਕ ਇੱਕ ਬੰਦਾ ਕਿੰਨੀਆਂ ਕਿੰਨੀਆਂ ਨਵੀਆਂ ਨਵੀਆਂ ਕਾਢਾਂ ਕੱਢ ਕੇ ਦੁਨੀਆ ਤੋਂ ਤੁਰਦਾ ਜਾ ਰਿਹਾ। ਪਰ ਹੁਣ ਆਪਾਂ ਦੇਖੀਏ ਜੇ 7-8 ਅਰਬ ਦੁਨੀਆ ਹੈ ਤਾਂ 7-8 ਅਰਬ ਦਿਮਾਗ ਵੀ ਮੰਨਣੇ ਪੈਣੇ ਆਪਾਂ ਨੂੰ, ਅਤੇ ਇਹਨਾਂ ਸਾਰੇ ਦਿਮਾਗਾਂ ਨੂੰ ਚਲਾਉਣ ਵਾਲੀ ਤਾਕਤ ਵੀ ਤਾਂ ਪਿੱਛੇ ਹੈ ਨਾ ਕੋਈ, ਉਹ ਪ੍ਰਮਾਤਮਾ ਹੀ ਹੈ। ਮਹਾਰਾਜ ਇੱਥੇ ਦੱਸਦੇ ਹੈ ਕਿ ਇਹ ਬੇਅੰਤ ਅਵਗਤ ਅਤੇ ਅਗੋਚਰ ਵਾਹਿਗੁਰੂ, ਆ ਜਿੰਨਾ ਵੀ ਸਾਰਾ ਪਸਾਰਾ ਹੈ ਇਹ ਤੇਰਾ ਹੀ ਆਕਾਰ ਬਣਿਆ ਹੋਇਆ। ਭਾਵ ਤੂੰ ਆਪ ਹੀ ਨਿਰਗੁਣ ਹੈ, ਆਪ ਹੀ ਸਰਗੁਣ ਸਰੂਪ ਦੇ ਵਿੱਚ ਹੋਇਆ ਹੈ। ਕਿਆ ਹਮ ਜੰਤ ਕਰਹਿ ਚਤੁਰਾਈ। ਫੇਰ ਮੇਰੇ ਮਹਾਰਾਜ ਅਸੀਂ ਵਿਚਾਰੇ ਜੰਤ ਜੀਵ ਕੀ ਚਲਾਕੀ ਕਰੀਏ, ਕਿਉਂਕਿ ਜਿਹੜੀਆਂ ਸਾਡੀਆਂ ਚਲਾਕੀਆਂ ਨੇ ਉਹਨਾਂ ਬਾਬਤ ਮਹਾਰਾਜ ਕਹਿੰਦੇ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਬੜੀਆਂ ਚਲਾਕੀਆਂ ਆਪਾਂ ਕਰਦੇ ਹਾਂ ਧਰਮ ਦੇ ਨਾਲ, ਗੁਰੂ ਦੇ ਨਾਲ, ਪ੍ਰਮਾਤਮਾ ਦੇ ਨਾਲ, ਦੁਨੀਆ ਦੇ ਨਾਲ। ਮਹਾਰਾਜ ਕਹਿੰਦੇ ਜਿੰਨੀਆਂ ਚਲਾਕੀਆਂ ਨੇ ਨਾ ਚਤਰਾਈਆਂ, ਇਹ ਗਾਂਹ ਅੱਗੇ ਕੋਈ ਨਹੀਂ ਜਾਂਦੀ। ਪਰਲੋਕ ਵਿੱਚ ਕਿਸੇ ਨੇ ਚਲਾਕੀ ਨੇ ਕੰਮ ਨਹੀਂ ਆਉਣਾ, ਜਾਂ ਜਦੋਂ ਮੌਤ ਆਉਂਦੀ ਹੈ ਉਦੋਂ ਇਹੋ ਜਿਹੀਆਂ ਚਲਾਕੀਆਂ ਚਤਰਾਈਆਂ ਕਿਸੇ ਕੰਮ ਨਹੀਂ ਆਉਂਦੀਆਂ। ਸਾਰੀਆਂ ਚਤਰਾਈਆਂ ਚਲਾਕੀਆਂ ਜਿੰਨੀਆਂ ਵੀ ਨੇ ਉਹ ਰਹਿ ਜਾਂਦੀਆਂ, ਭੁੱਲ ਜਾਂਦੀਆਂ ਨੇ ਉਸੇ ਵੇਲੇ ਸੰਗਤ ਜੀ ਬੰਦੇ ਨੂੰ। ਤੋ ਇਸ ਤਰੀਕੇ ਦੇ ਨਾਲ ਮਹਾਰਾਜ ਅਸੀਂ ਵਿਚਾਰੇ ਜੀਵ ਤੇਰੇ ਨਾਲ ਕੀ ਕੁਝ ਚਤਰਾਈ, ਕੀ ਕੁਝ ਚਲਾਕੀ ਕਰਕੇ ਤੈਨੂੰ ਭੁਲੇਖਾ ਦੇਵਾਂਗੇ। ਜਾਂ ਸਭ ਕਿਛ ਤੁਝੈ ਮਝਾਰ। ਜਦੋਂ ਮਹਾਰਾਜ ਸਾਰਾ ਕੁਝ ਹੀ ਤੇਰੇ ਵਿੱਚੋਂ ਹੀ ਪ੍ਰਗਟ ਹੋ ਰਿਹਾ ਹੈ, ਜਦੋਂ ਜਾਂ ਸਾਰਾ ਕੁਝ ਤੇਰੇ ਹਿਰਦੇ ਵਿੱਚ ਪਹਿਲਾਂ ਹੀ ਸਾਡੀਆਂ ਗੁਪਤ ਗੱਲਾਂ ਦਾ ਤੈਨੂੰ ਪਤਾ ਹੈ, ਸਾਰਾ ਕੁਝ ਤੇਰੇ ਅੰਦਰ ਹੀ ਤਾਂ ਹੋ ਰਿਹਾ ਹੈ, ਅਤੇ ਫਿਰ ਅਸੀਂ ਚਤਰਾਈ ਕੋ ਚਲਾਕੀ ਕੀ ਕਰਾਂਗੇ। ਕਿਉਂਕਿ ਚਲਾਕੀ ਦੇ ਵਿੱਚ ਕੀ ਹੁੰਦਾ, ਬੰਦਾ ਕਰਦਾ ਚਲਾਕੀ ਕਰਕੇ ਦੂਜੇ ਨੂੰ ਸੰਗਤ ਜੀ ਠੱਗਦਾ ਹੈ, ਛਲ ਕਰਦਾ ਹੈ, ਭੁਲੇਖਾ ਪਾਉਂਦਾ ਬੰਦੇ ਦੂਜੇ ਨੂੰ ਚਲਾਕੀ ਕਰਕੇ। ਤੋ ਪਰਮਾਤਮਾ ਦੇ ਨਾਲ ਕਿੱਥੇ ਕੋਈ ਚਲਾਕੀ ਕਰੂਗਾ, ਕਿਉਂਕਿ ਇਹੋ ਜਿਹੀ ਕੋਈ ਥਾਂ ਹੀ ਨਹੀਂ ਹੈ ਜਿੱਥੇ ਪਰਮਾਤਮਾ ਨਾ ਹੋਵੇ, ਅਤੇ ਇਹੋ ਜਿਹੀ ਕੋਈ ਵਿਚਾਰ ਹੀ ਨਹੀਂ ਹੈ ਸਾਡੇ ਮਨ ਦੇ ਅੰਦਰ ਜਿੱਥੇ ਪਰਮਾਤਮਾ ਨਾ ਬੈਠਾ ਹੋਵੇ। ਗੁਰੂ ਸਾਹਿਬ ਦੀ ਬਾਣੀ ਰਾਹੀਂ ਸਾਨੂੰ ਗਿਆਨ ਹੁੰਦਾ ਕਿ ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰ ਤੇਰੇ ਨਾਲੇ, ਕਿ ਜਿੱਥੇ ਜਿੱਥੇ ਵੀ ਸਾਡਾ ਮਨ ਸੰਗਤ ਜੀ ਦੌੜ ਰਿਹਾ ਹੈ ਉੱਥੇ ਉੱਥੇ ਵਾਹਿਗੁਰੂ ਨਾਲ ਹੈ। ਅਤੇ ਉਹ ਫਿਰ ਇਕੱਲੇ ਇਕੱਲੇ ਖਿਆਲ ਜਿੰਨੇ ਵੀ ਸਾਡੇ ਅੰਦਰ ਆ ਰਹੇ ਨੇ ਉੱਥੇ ਪ੍ਰਮਾਤਮਾ ਹੈ। ਹਾਂ, ਦੁਨੀਆ ਤੋਂ ਆਪਾਂ ਸੰਗਤ ਜੀ ਕੁਝ ਗੱਲਾਂ ਲੁਕੋ ਲੈਂਦੇ ਹਾਂ ਜੋ ਸਮਾਜ ਦੇ ਵਿੱਚ ਨਹੀਂ ਆਪਾਂ ਸ਼ੇਅਰ ਕਰਦੇ। ਕੁਝ ਗੱਲਾਂ ਐਸੀਆਂ ਨੇ ਜੋ ਆਪਾਂ ਪਰਿਵਾਰ ਤੱਕ ਕਰਦੇ ਹਾਂ, ਆਪਣੇ ਪਰਿਵਾਰ ਜਿਹੜਾ ਹੋਵੇ
ਤੇ ਕੁਝ ਗੱਲਾਂ ਐਸੀਆਂ ਨੇ ਜੋ ਪਰਿਵਾਰ ਨਾਲ ਵੀ ਸਾਂਝੀਆਂ ਨਹੀਂ ਕਰਦੇ। ਕੋਈ ਗੱਲ ਇਹੋ ਜਿਹੀ ਹੁੰਦੀ ਹੈ ਜੋ ਮਨੁੱਖ ਸੰਗਤ ਜੀ ਆਪਣੇ ਅੰਦਰ ਹੀ ਛੁਪਾ ਕੇ ਰੱਖਦਾ ਹੈ, ਕਿਸੇ ਨੂੰ ਪ੍ਰਗਟ ਨਹੀਂ ਹੋਣ ਦਿੰਦਾ। ਤੋ ਮਹਾਰਾਜ ਕਹਿੰਦੇ ਉਹ ਜਿਹੜੀਆਂ ਗੱਲਾਂ ਹੈ ਨਾ, ਉਹ ਵੀ ਪ੍ਰਮਾਤਮਾ ਜਾਣਦਾ ਹੈ, ਕਿਉਂਕਿ ਉਹ ਗੱਲਾਂ ਜਿੱਥੇ ਪ੍ਰਗਟ ਹੋ ਰਹੀਆਂ ਨੇ, ਮਨ ਦੇ ਵਿੱਚ ਪ੍ਰਗਟ ਹੋ ਰਹੀਆਂ ਨੇ ਉਹ ਗੱਲਾਂ, ਤੇ ਮਨ ਕਿਹਦੀ ਸੱਤਾ ਦੇ ਨਾਲ ਕੰਮ ਕਰ ਰਿਹਾ ਹੈ? ਵਾਹਿਗੁਰੂ ਦੀ ਸੱਤਾ ਨਾਲ। ਤੇ ਫਿਰ ਜੇ ਸੱਤਾ ਦੇ ਨਾਲ ਮਨ ਇੱਧਰ ਉੱਧਰ ਦੌੜਦਾ ਤੇ ਫਿਰ ਉਹਦੀ ਸੱਤਾ ਵੀ ਤਾਂ ਨਾਲ ਹੀ ਜਾਂਦੀ ਹੈ ਨਾ। ਤੋ ਇੱਦਾਂ ਉਹਦੀ ਸੱਤਾ ਜਾ ਕੇ ਜੋ ਕੁਝ ਆਪਾਂ ਖਿਆਲਾਂ ਵਿੱਚ ਦੇਖਦੇ ਹਾਂ, ਸੁਣਦੇ ਹਾਂ, ਉਹ ਸਾਰਾ ਕੁਝ ਪ੍ਰਮਾਤਮਾ ਜਾਣਦਾ। ਉਹ ਤਾਂ ਇੱਥੋਂ ਤੱਕ ਜਿਵੇਂ ਆਪਾਂ ਬਾਣੀ ਵਿੱਚ ਸੁਣਿਆ ਕਿ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੀ। ਉਹ ਪਰਮਾਤਮਾ ਦੀ ਦ੍ਰਿਸ਼ਟੀ ਵਿੱਚ ਤਾਂ ਇੱਕ ਨਿੱਕਾ ਜਿਹਾ ਕੀੜਾ ਵੀ ਹੈ ਵੀ ਉਹ ਇੱਕ ਦਿਨ ਦੇ ਵਿੱਚ ਕਿੰਨੇ ਦਾਣੇ ਚੁਗਦਾ ਹੈ। ਤੇ ਫਿਰ ਵੱਡੀ ਤਾਂ ਗੱਲ ਆਪਾਂ ਕੀ ਕਰਾਂਗੇ? ਉਹਦਾ ਨਿੱਕੇ ਜਿਹੇ ਕੀੜੇ ਦਾ ਵੀ ਹਿਸਾਬ ਕਿਤਾਬ ਰੱਖਦਾ ਹੈ ਪਰਮਾਤਮਾ ਵੀ ਇਹਨੇ ਇੱਕ ਦਿਨ ਦੇ ਵਿੱਚ ਇੰਨੇ ਦਾਣੇ ਚੁਗੇ ਹਨ। ਤੋ ਇਸ ਪ੍ਰਕਾਰ ਉਹਦੇ ਨਾਲ ਕੀ ਆਪਾਂ ਚਲਾਕੀ ਕੁਝ ਤਰਾਈ ਕਰ ਸਕਦੇ ਹਾਂ? ਉਹਦੇ ਨਾਲ ਕੋਈ ਜਿਹੜਾ ਬੰਦਾ ਸਾਰਾ ਕੁਝ ਹੀ ਜਾਣਦਾ ਹੋਵੇ ਨਾ, ਉਹਦੇ ਨਾਲ ਨਹੀਂ ਕੋਈ ਚਲਾਕੀ ਕੀਤੀ ਜਾਂਦੀ ਹੈ। ਫਿਰ ਪਰਮਾਤਮਾ ਉਹ ਤਾਂ ਸੰਗਤ ਜੀ ਸਾਡੇ ਅਗਲੇ ਪਿਛਲੇ ਸਾਰੇ ਸਮੇਂ ਨੂੰ ਜਾਣਦਾ ਹੈ। ਪਿੱਛੇ ਲੰਘ ਚੁੱਕਾ ਸਮਾਂ, ਉਹ 'ਚ ਆਪਾਂ ਕੀ ਕੁਝ ਕੀਤਾ, ਆਉਣ ਵਾਲੇ ਸਮੇਂ 'ਚ ਆਪਾਂ ਕੀ ਕੁਝ ਕਰਨਾ ਹੈ, ਉਹ ਵੀ ਪ੍ਰਮਾਤਮਾ ਜਾਣਦਾ। ਫਿਰ ਚਲਾਕੀ ਕਾਹਦੀ ਉਹਨਾਂ ਕਰਨੀ? ਤੁਮਾਰੇ ਕਹਿੰਦੇ ਮਹਾਰਾਜ ਤੇਰੇ ਨਾਲ ਸਾਡੀ ਕੀ ਕੋਈ ਚਲਾਕੀ ਹੋ ਸਕਦੀ ਹੈ? ਮੇਰੇ ਸਤਿਗੁਰ ਆਪਣੇ ਬਾਲਕ ਰਾਖਹੁ ਲੀਲਾ ਧਾਰ। ਇਹ ਸੰਸਾਰ ਦੀ ਲੀਲਾ ਨੂੰ ਧਾਰਨ ਵਾਲੇ ਪਰਮਾਤਮਾ ਮੇਰੇ ਸਤਿਗੁਰੂ ਸਰੂਪ ਆਪ ਕਿਰਪਾ ਕਰੋ, ਸਾਨੂੰ ਆਪਣੇ ਬਾਲਕ ਜਾਣ ਕਰਕੇ, ਬੱਚੇ ਜਾਣ ਕਰਕੇ ਇਸ ਫਾਨੀ ਸੰਸਾਰ ਦੇ ਅੰਦਰ, ਆ ਸੰਸਾਰ ਸਮੁੰਦਰ ਦੇ ਵਿੱਚੋਂ ਬਚਾ ਕਰਕੇ ਰੱਖ ਲਓ। ਦੇਹੁ ਸਮਤ ਸਦਾ ਗੁਣ ਗਾਵਾ। ਤੇ ਮੇਰੇ ਮਾਲਕ ਤੁਹਾਡੇ ਚਰਨਾਂ ਵਿੱਚ ਮੇਰੀ ਅਰਦਾਸ ਹੈ, ਆਪ ਕਿਰਪਾ ਕਰੋ, ਮੈਨੂੰ ਸਮੱਤ ਦੇ ਦਿਓ। ਕਿਹੋ ਜੀ ਸਮੱਤ? ਜਿਸ ਸਮੱਤ ਨੂੰ ਪ੍ਰਾਪਤ ਕਰਕੇ ਮੈਂ ਤੇਰੇ ਗੁਣ ਗਾ ਲਵਾਂ। ਕਿਉਂ? ਮਹਾਰਾਜ ਬਾਣੀ ਸੰਗਤ ਜੀ ਸਾਨੂੰ ਦੱਸਦੇ ਅੱਗੇ ਆਉਣੇ ਬਚਨ, ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈ ਹੈ ਮਾਨ। ਅਕਲ ਦੇ ਨਾਲ ਹੀ ਰੱਬ ਨੂੰ ਸੇਵਿਆ ਜਾ ਸਕਦਾ ਹੈ, ਅਕਲ ਦੇ ਨਾਲ ਹੀ ਦੁਨੀਆ ਵਿੱਚ ਮਾਣ ਸਤਿਕਾਰ ਪ੍ਰਾਪਤ ਹੁੰਦਾ ਹੈ। ਨਹੀਂ ਤਾਂ ਜਿਨ੍ਹਾਂ ਦੀ ਅਕਲ ਕੁਝ ਨਹੀਂ ਹੁੰਦੀ, ਉਹ ਮਾਣ ਵਡਿਆਈ ਪ੍ਰਤਿਸ਼ਠਾ ਆਪਣੀ ਗਵਾ ਵੀ ਲੈਂਦੇ ਹਨ। ਸੋ ਜਿਵੇਂ ਅੱਜ ਦਾ ਹੁਣ ਦੀ ਹਕੂਮਤ ਹੈ, ਅਕਲ ਨਹੀਂ ਨਾ ਉਹਨਾਂ ਦੇ ਪਾਸ, ਜਿਹਦੇ ਕਰਕੇ ਕੁਝ ਮਾਣ ਵਡਿਆਈ ਉਹਨਾਂ ਨੂੰ ਪ੍ਰਾਪਤ ਹੋਈ ਸੀ। ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੀ ਪਦਵੀ ਪ੍ਰਾਪਤ ਮਿਲੀ ਸੀ, ਪਰ ਅਕਲ ਨਾ ਹੋਣੇ ਕਰਕੇ ਤੇ ਉਹ ਜਿਹੜੀ ਮਾਣ ਵਡਿਆਈ ਪ੍ਰਤਿਸ਼ਠਾ ਸੀ ਉਹਨੂੰ ਗਵਾ ਲਿਆ। ਸੋ ਇਸ ਤਰੀਕੇ ਦੇ ਨਾਲ ਅਕਲ ਦੇ ਨਾਲ ਹੀ ਕੋਈ ਦੁਨੀਆ ਵਿੱਚ ਮਾਣ ਵਡਿਆਈ ਪ੍ਰਾਪਤ ਹੁੰਦੀ ਹੈ, ਤੇ ਅਕਲ ਦੇ ਨਾਲ ਹੀ ਸੰਗਤ ਜੀ ਰੱਬ ਨੂੰ ਸੇਵਿਆ ਜਾ ਸਕਦਾ ਹੈ। ਦੁਨੀਆ ਦੇ ਵਿੱਚ ਇਸ ਅਕਲ ਦਾ ਵੀ ਬੜਾ ਹਿਸਾਬ ਕਿਤਾਬ ਰੱਖਿਆ ਜਾਂਦਾ। ਆਮ ਜਿੰਨੇ ਵੀ ਆਪਾਂ ਦੇਖਦੇ ਹਾਂ ਦੁਨੀਆ ਦਾ ਵਿੱਚ ਜਿੰਨੇ ਵੀ ਲੋਕ ਹੈ, ਇਹਨਾਂ ਸਾਰਿਆਂ ਦੇ ਨਾਲੋਂ ਜਿਹੜਾ ਸੰਗਤ ਜੀ ਸੁਨਿਆਰੇ ਦਾ ਪੁੱਤਰ ਹੈ, ਉਹਨੂੰ ਜ਼ਿਆਦਾ ਅਕਲ ਵਾਲਾ ਮੰਨਿਆ ਜਾਂਦਾ ਹੈ। ਸੁਨਿਆਰ ਜਿਹੜੇ ਹੁੰਦੇ ਹੈ ਉਹ ਬੜੀ ਅਕਲ ਵਾਲੇ ਮੰਨੇ ਜਾਂਦੇ ਹਨ। ਜਿਵੇਂ ਇੱਕ ਰਾਜੇ ਨੇ ਕਿਹਾ ਸੀ ਇੱਕ ਸੁਨਿਆਰੇ ਨੂੰ, ਕਹਿਣ ਲੱਗਾ ਕਿ ਮੈਂ ਸੁਣਿਆ ਹੈ ਕਿ ਜਿਹੜੇ ਹੁੰਦੇ ਨੇ ਸੁਨਿਆਰ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਿੱਚ ਖੋਟ ਪਾ ਹੀ ਜਾਂਦੇ ਹਨ। ਉਹ ਕਹਿੰਦਾ ਹਾਂਜੀ ਇਹ ਤਾਂ ਗੱਲ ਬਿਲਕੁਲ ਠੀਕ ਹੈ। ਕਹਿੰਦੇ ਲੈ ਮੈਂ ਤੇਰੇ 'ਤੇ ਪੂਰਾ ਪਹਿਰਾ ਦਵਾਵਾਂਗਾ, ਤੇ ਮੈਂ ਵੇਖਣਾ ਤੂੰ ਕਿਵੇਂ ਖੋਟ ਪਾ ਸਕਦਾ। ਕਹਿੰਦੇ ਜੀ ਨਹੀਂ, ਇਹ ਤਾਂ ਹੁਣ ਪੈ ਹੀ ਜਾਣੀ, ਤੂੰ ਜਿੰਨਾ ਮਰਜ਼ੀ ਪਹਿਰਾ ਲਵਾ ਲਓ। ਕਹਿੰਦਾ ਠੀਕ ਹੈ। ਉਹਨੇ ਪਹਿਰਾ ਲਾ ਦਿੱਤਾ ਤੇ ਕਿਹਾ ਜੀ ਇੱਕ ਮੂਰਤੀ ਬਣਾਓ। ਮੂਰਤੀ ਬਣਾ ਲਈ ਸਾਰੀ ਸੋਨੇ ਦੀ ਪੂਰੀ, ਐ ਰਾਜੇ ਨੇ ਆਪਣੇ ਪਹਿਰਾ ਦਿੱਤਾ ਸਾਰਾ ਨੇੜੇ। ਮੂਰਤੀ ਤਿਆਰ ਹੋ ਗਈ, ਤੇ ਤਿਆਰ ਹੋਣ ਤੋਂ ਬਾਅਦ ਫਿਰ ਸੁਨਿਆਰੇ ਨੇ ਕਿਹਾ ਜੀ ਵੀ ਮੈਂ ਹੁਣ ਇਸ ਮੂਰਤੀ ਦਾ, ਭਗਵਾਨ ਦੀ ਮੂਰਤੀ ਹੈ, ਇਹਨੂੰ ਨਦੀ ਦੇ ਵਿੱਚ ਇਸ਼ਨਾਨ ਕਰਾਉਣਾ ਪਵੇਗਾ, ਗੰਗਾ ਦੇ ਵਿੱਚ। ਪਹਿਲਾਂ ਇਸ਼ਨਾਨ ਕਰਾ ਕੇ ਮੂਰਤੀ ਦਾ ਫਿਰ ਤੁਹਾਡੇ ਮਹਿਲਾਂ ਵਿੱਚ ਸ਼ੋਭੇਗੀ। ਕਹਿੰਦਾ ਜੀ ਠੀਕ ਹੈ। ਨਾਲ ਪਹਿਰੇਦਾਰ ਭੇਜੇ ਕਿ ਤੁਸੀਂ ਜਾਣਾ, ਧਿਆਨ ਰੱਖਣਾ ਮੂਰਤੀ ਨਾ ਬਦਲੇ। ਉੱਥੇ ਗਿਆ ਜੀ, ਉਹ ਪੰਡਿਤ ਨੇ ਨਾਲ ਦੀ ਨਾਲ ਹੀ ਘਰ ਵਿੱਚ ਰਹਿ ਕਰਕੇ ਹੀ ਇੱਕ ਉੱਦਾਂ ਦੀ ਹੋਰ ਮੂਰਤੀ ਤਿਆਰ ਕਰ ਲਈ ਸੀ ਪਹਿਲਾਂ ਹੀ, ਜਿਹਦੇ ਵਿੱਚ ਕੁਝ ਖੋਟ ਪਾ ਦਿੱਤੀ ਸੀ। ਉੱਥੇ ਗਿਆ ਤੇ ਜਾ ਕੇ ਜਿੱਥੇ ਕਿ ਉਹਨੇ ਪਹਿਲਾਂ ਇੱਕ ਮੂਰਤੀ ਲੁਕੋਈ ਹੋਈ ਸੀ, ਜਾ ਕੇ ਦੂਜੀ ਮੂਰਤੀ ਉੱਥੇ ਵਿੱਚ ਸੁੱਟਤੀ, ਤੇ ਉਹ ਮੂਰਤੀ ਛੇਤੀ ਨਾਲ ਕੱਢੀ, ਪਤਾ ਨਾ ਲੱਗਣ ਦਿੱਤਾ ਸਿਪਾਹੀਆਂ ਨੂੰ, ਉਹ ਲੈ ਕੇ ਆ ਗਿਆ।
ਰਾਜਾ ਕਹਿਣ ਲੱਗਾ ਜੀ ਹੁਣ ਪੂਰੀ ਸੁੱਧ ਹੈ। ਪੰਡਿਤ ਕਹਿਣ ਲੱਗਾ ਨਹੀਂ ਜੀ। ਉਹ ਜਿਹੜਾ ਸੁਨਿਆਰਾ ਸੀ ਕਹਿੰਦਾ ਜੀ ਨਹੀਂ ਜੀ ਕੋਈ ਸੁੱਧ ਨਹੀਂ ਹੈ। ਕਹਿਣ ਲੱਗੇ ਕਿਉਂ ਨਹੀਂ ਸੁੱਧ? ਸਾਡੇ ਸਾਹਮਣੇ ਤਾਂ ਤੂੰ ਬਣਾਈ ਹੈ, ਪਿਓਰ ਤੈਨੂੰ ਸੋਨਾ ਦਿੱਤਾ ਹੈ। ਤਾਂ ਉਸ ਨੇ ਕਹਿ ਦਿੱਤਾ ਜੀ ਤੁਸੀਂ ਕਿਸੇ ਦੂਜੇ ਕੋਲੋਂ ਚਾਹੇ ਪੁੱਛ ਲਓ। ਸੁਨਿਆਰੇ ਨੂੰ ਦੂਜਾ ਸੱਦਿਆ ਗਿਆ, ਪੁੱਛਿਆ। ਉਹ ਕਹਿਣ ਲੱਗਾ ਜੀ ਹਾਂਜੀ ਇਹਦੇ ਵਿੱਚ ਖੋਟ ਹੈ। ਫਿਰ ਰਾਜ ਨੇ ਪੁੱਛਿਆ ਤੂੰ ਖੋਟ ਕਿਵੇਂ ਪਾਤੀ? ਤਾਂ ਉਹਨੇ ਫਿਰ ਦੱਸਿਆ ਜੀ ਵੀ ਇੱਧਰ ਮੈਂ ਮੂਰਤੀ ਬਣਾ ਰਿਹਾ ਸੀ, ਨਾਲ ਦੀ ਨਾਲ ਮੈਂ ਦੂਜੀ ਮੂਰਤੀ ਬਣਾ ਲਈ, ਅਤੇ ਜਦੋਂ ਇਸ਼ਨਾਨ ਕਰਾਉਣ ਲੱਗੇ ਤੇ ਉੱਥੇ ਮੈਂ ਚਲਾਕੀ ਦੇ ਨਾਲ ਫਿਰ ਇਹ ਮੂਰਤੀ ਬਦਲ ਦਿੱਤੀ। ਉਹ ਮੂਰਤੀ ਅਜੇ ਉੱਥੇ ਪਈ ਹੈ ਤੁਹਾਡੀ ਪਾਣੀ 'ਚ। ਸੋ ਇਸ ਤਰੀਕੇ ਦੇ ਨਾਲ ਸੁਨਿਆਰੇ ਦੀ ਅਕਲ ਬੜੀ ਆਮ ਦੁਨੀਆ ਦੇ ਲੋਕਾਂ ਨਾਲੋਂ ਸਿਆਣੀ ਸਮਝੀ ਗਈ ਹੈ, ਅਤੇ ਇਹਦੇ ਨਾਲੋਂ ਜ਼ਿਆਦਾ ਕਹਿੰਦੇ ਵੀ ਜਿਹੜਾ ਹੈ ਇਹ ਵੇਸ਼ਵਾ ਦਾ ਲੜਕਾ ਹੈ ਉਹਦੀ ਬੜੀ ਅਕਲ ਸਮਝੀ ਗਈ ਹੈ, ਅਤੇ ਉਹਦੇ ਨਾਲੋਂ ਜਿਹੜਾ ਰਾਜੇ ਦਾ ਲੜਕਾ ਉਹਦੀ ਬੜੀ ਅਕਲ ਸਮਝੀ ਗਈ ਹੈ। ਅਤੇ ਕਿਉਂਕਿ ਉਹਨੇ ਦੁਨੀਆ ਦੇ ਵਿੱਚ ਰਾਜ ਭਾਗ ਕਰਨਾ ਹੁੰਦਾ, ਹਰੇਕ ਨੂੰ ਉਹ ਕਾਬੂ ਕਰਨਾ ਜਾਣਦਾ ਚੰਗੀ ਤਰ੍ਹਾਂ ਰਾਜਨੀਤੀ ਪੜ੍ਹ ਕਰਕੇ। ਅਤੇ ਇਹਨਾਂ ਨਾਲੋਂ ਸੰਗਤ ਦੀ ਜ਼ਿਆਦਾ ਅਕਲ ਜਿਹੜੀ ਸਭ ਤੋਂ ਵੱਧ ਉਹ ਬ੍ਰਹਮ ਗਿਆਨੀ ਦੀ ਸਮਝੀ ਗਈ ਹੈ। ਕਿਉਂਕਿ ਆਮ ਆਪਾਂ ਦੇਖਦੇ ਹਾਂ ਵਿਗਿਆਨੀ ਦੱਸਦੇ ਨੇ ਕਿ ਜਿੰਨੇ ਵੀ ਆਪਾਂ ਆਮ ਮਨੁੱਖ ਨੇ ਉਹਨਾਂ ਦੇ ਜਿਹੜਾ ਦਿਮਾਗ ਹੈ ਉਹ ਕੋਈ 2 ਜਾਂ 3% ਹੀ ਕੰਮ ਕਰਦਾ ਹੈ, ਜਿੰਨੇ ਵੀ ਆਪਾਂ ਲੋਕ ਹਾਂ। ਜਿਹੜੇ ਕੁਝ ਡਾਕਟਰ ਲੋਕ ਹੈ, ਜਿਹੜੇ ਕੁਝ ਖੋਜੀ ਨੇ, ਉਹਨਾਂ ਦਾ ਕੋਈ 5 ਜਾਂ 7% ਦੇ ਲਾਗੇ ਚਾਗੇ ਕੰਮ ਕਰਦਾ ਹੈ। ਬਾਕੀ ਜਿੰਨੇ ਵੀ ਦਿਮਾਗ ਦੇ ਸੈੱਲ ਨੇ ਉਹ ਸੁੱਤੇ ਹੋਏ ਹੁੰਦੇ ਨੇ। ਜਿਵੇਂ ਜਿਵੇਂ ਮਨੁੱਖ ਸੰਗਤ ਜੀ ਗਾਂ ਖੋਜੀ ਬਣਦਾ, ਖੋਜ ਕਰਦਾ, ਤਿਵੇਂ ਤਿਵੇਂ ਦਿਮਾਗ ਦੇ ਜਿਹੜੇ ਬਾਕੀ ਦੇ ਸੈੱਲ ਉਹ ਜਾਗਦੇ ਜਾਂਦੇ ਨੇ। ਤੋ ਹੱਦ ਕਹਿੰਦੇ ਕਿ ਕੋਈ 5 ਜਾਂ 7% ਇੰਨਾ ਕੀ ਦਿਮਾਗ ਜਾਗਿਆ, ਅਜੇ ਤੱਕ ਇਹ ਤੋਂ ਵੱਧ ਨਹੀਂ ਕਿਸੇ ਦਾ ਜਾਗਿਆ। ਪਰ ਜਿਹੜੇ ਬ੍ਰਹਮ ਗਿਆਨੀ ਹੈ ਉਹਨਾਂ ਦੇ 100% ਸੰਗਤ ਜੀ ਦਿਮਾਗ ਜਾਗਦਾ ਹੈ। ਸੋ ਇਸ ਤਰੀਕੇ ਦੇ ਨਾਲ ਦੱਸਦੇ ਇੱਥੇ ਮਹਾਰਾਜ ਕਿ ਅਕਲ ਦੇ ਨਾਲ ਪਰਮਾਤਮਾ ਨੂੰ ਸਿਮਰਿਆ ਜਾ ਸਕਦਾ। ਇਸ ਕਰਕੇ ਗੁਰੂ ਸਾਹਿਬ ਜੀ ਅਰਦਾਸ ਸਾਨੂੰ ਸਿਖਾ ਰਹੇ ਕਿ ਐ ਮੇਰੇ ਪਰਮਾਤਮਾ ਮੈਨੂੰ ਸਮੱਤ ਦੇ, ਅਕਲ ਦੇ, ਜਿਸ ਅਕਲ ਕਰਕੇ ਮੈਂ ਸਦਾ ਤੇਰੇ ਗੁਣ ਗਾਉਣੇ ਕਰਾਂ। ਕਿਉਂਕਿ ਅਕਲ ਦੇ ਨਾਲ ਹੀ ਅਕਲ ਹੋਏਗੀ ਤਾਂ ਹੀ ਰੱਬ ਦੀ ਸੰਗਤ ਜੀ ਸਾਨੂੰ ਯਾਦ ਆਏਗੀ, ਪਤਾ ਲੱਗੇਗਾ ਨਾ ਵੀ ਆਹ ਰਸਤਾ ਚੰਗਾ, ਆਹ ਰਸਤਾ ਮਾੜਾ। ਜਿਹਦੇ ਕੋਲ ਅਕਲ ਹੀ ਨਹੀਂ, ਵਿਚਾਰੇ ਨੂੰ ਸਮਝ ਕੁਝ ਨਹੀਂ ਹੈ ਰਸਤੇ ਦੀ, ਉਹ ਫਿਰ ਸਿੱਧੇ ਰਸਤੇ 'ਤੇ ਜਾਂਦਾ ਜਾਂਦਾ ਵੀ ਉਜਾੜਾਂ 'ਚ ਪੈ ਜਾਏਗਾ। ਜਿਹਦੇ ਕੋਲ ਅਕਲ ਹੈ, ਸਿਆਣਪ ਹੈ, ਉਹ ਅਨੁਮਾਨ ਲਾ ਲੈਂਦਾ ਕਿ ਮੈਂ ਇੱਧਰ ਜਾ ਰਿਹਾ, ਚਾਹੇ ਰਸਤੇ ਦਾ ਨਹੀਂ ਵੀ ਪਤਾ, ਉਹ ਅਨੁਮਾਨ ਹੀ ਲਾ ਲੈਂਦਾ ਕਿ ਹਾਂ ਇਹ ਰਸਤਾ ਇੱਧਰ ਜਾ ਰਿਹਾ ਅਤੇ ਮੈਂ ਇੱਧਰ ਦਿਸ਼ਾ ਨੂੰ ਜਾਣਾ ਚਾਹੁੰਦਾ ਸਾਂ, ਇਸ ਕਰਕੇ ਰਸਤਾ ਮੈਨੂੰ ਗਲਤ ਦਿਸ਼ਾ ਨੂੰ ਲੈ ਜਾਏਗਾ। ਤੋ ਇਸ ਤਰ੍ਹਾਂ ਜਾਂ ਕਿਸੇ ਨੂੰ ਪੁੱਛ ਲੈਂਦਾ ਹੈ। ਜਿਹਦੇ ਪਾਸ ਅਕਲ ਕੁਝ ਨਹੀਂ, ਉਹ ਆਪਣੀ ਅਕਲ ਦਾ ਸੰਗਤ ਜੀ ਫਿਰ ਜਿਹੜੀ ਹੁੰਦੀ ਤਾਂ ਅਕਲ ਹੈ ਹੀ ਨਹੀਂ, ਜਿਹੜੀ ਕੁਝ ਹੁੰਦੀ ਉਹਦਾ ਮਾਣ ਕਰ ਬੈਠਦਾ ਹੈ। ਮਾਣ ਕਰਕੇ ਕਹਿੰਦਾ ਮੈਨੂੰ ਕੋਈ ਲੋੜ ਨਹੀਂ ਹੈ ਪੁੱਛਣ ਦੀ ਕਿਸੇ ਨੂੰ, ਮੈਂ ਆਪੇ ਹੀ ਚਲਿਆ ਜਾਊਂ। ਤਾਂ ਅੱਗੇ ਜਾ ਕੇ ਫਿਰ ਗਲਤ ਰਸਤੇ 'ਤੇ ਪੈਣੇ ਕਰਕੇ ਫਿਰ ਦੁਖੀ ਹੁੰਦਾ। ਉਹ ਇਸੇ ਤਰ੍ਹਾਂ ਹੀ ਜਿਨ੍ਹਾਂ ਦੇ ਪਾਸ ਕੁਝ ਅਕਲ ਹੈ ਸਿਆਣੀ, ਦੁਨੀਆ ਵਾਲੀ ਅਕਲ ਨਹੀਂ, ਇਹ ਜਿਹੜੀ ਅਕਲ ਹੈ ਜਿਸ ਅਕਲ ਕਰਕੇ ਪਰਮਾਤਮਾ ਸਿਮਰਿਆ ਜਾਵੇ। ਤੋ ਮਹਾਰਾਜ ਕਹਿੰਦੇ ਉਹ ਅਕਲ ਕਰਕੇ ਫਿਰ ਸਾਨੂੰ ਸੋਝੀ ਪੈਂਦੀ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਦਾ ਰਸਤਾ ਕਿਹੜਾ ਹੈ। ਤੋ ਫਿਰ ਉਸ ਰਸਤੇ ਦੇ ਉੱਤੇ ਬੰਦਾ ਚੱਲਣਾ ਸ਼ੁਰੂ ਕਰ ਦਿੰਦਾ ਹੈ। ਤੋ ਇੱਦਾਂ ਫਿਰ ਉਹ ਮੰਜ਼ਿਲ ਜਿਹੜੀ ਹੈ ਛੇਤੀ ਪ੍ਰਾਪਤ ਹੁੰਦੀ। ਤੋ ਮਹਾਰਾਜ ਕਹਿੰਦੇ ਇਹ ਮੇਰੇ ਪਰਮਾਤਮਾ ਮੈਨੂੰ ਅਕਲ ਦੇ, ਜਿਹਦੇ ਕਰਕੇ ਮੈਂ ਤੇਰੇ ਗੁਣ ਗਾਉਣੇ ਕਰਾਂ। ਮੇਰੇ ਠਾਕੁਰ ਅਗਮ ਅਪਾਰ। ਹਾਂ ਮੇਰੇ ਅਗਮ, ਅਗਮ ਦਾ ਅਰਥ ਹੈ ਗਮ ਤੋਂ ਰਹਿਤ, ਗਮ ਦਾ ਅਰਥ ਹੁੰਦਾ ਜਾਣਾ ਮੈਂ, ਆਉਣ ਜਾਣ ਤੋਂ ਰਹਿਤ, ਅਪਾਰ ਪਾਰਾਵਾਰ ਤੋਂ ਰਹਿਤ, ਜਿਹਦਾ ਕੋਈ ਪਾਰ ਉਰਾਰ ਹੀ ਨਹੀਂ ਪਾਇਆ ਜਾ ਸਕਦਾ ਹੈ। ਇੱਦਾਂ ਹੈ ਮੇਰੇ ਅਗਮ ਤੇ ਅਪਾਰ ਠਾਕੁਰ ਕੀ ਮਾਲਕ ਪਰਮਾਤਮਾ ਮੈਨੂੰ ਸ਼੍ਰੇਸ਼ਟ ਮੱਤ ਦੇਣੀ ਕਰ, ਊਤਮ ਮੱਤ ਮੇਰੇ ਹਿਰਦੈ ਤੂੰ ਆਓ। ਜਿਵੇਂ ਪਿੱਛੇ ਵੀ ਆਪਾਂ ਸ਼ਬਦ ਸੁਣੇ ਸਨ, ਉੱਤਮ ਮੱਤ ਨੂੰ ਮਹਾਰਾਜ ਕਹਿੰਦੇ ਤੂੰ ਹੀ ਮੇਰੇ ਹਿਰਦੇ ਵਿੱਚ ਆ ਕੇ ਪ੍ਰਗਟ ਹੋ। ਕਿਉਂਕਿ ਚੰਗੀ ਮੱਤ ਹੋਏਗੀ ਤਾਂ ਸੰਗਤ ਜੀ ਰੱਬ ਵਾਲੇ ਪਾਸੇ ਆਪਾਂ ਤੁਰ ਸਕਦੇ, ਤਾਂ ਹੀ ਸਾਨੂੰ ਆਪਣੀ ਜ਼ਿੰਦਗੀ ਦਾ ਪਤਾ ਚੱਲੇਗਾ ਕਿ ਆਹ ਜਿਹੜੀ ਸਾਨੂੰ ਜ਼ਿੰਦਗੀ ਮਿਲੀ ਹੋਈ ਹੈ ਮਿਲੀ ਕਾਹਦੇ ਵਾਸਤੇ ਹੈ। ਦੁਨੀਆਦਾਰੀ ਵਾਲੀ ਚਾਹੇ ਸਾਡੇ ਕੋਲ ਬੜੀ ਸਿਆਣਪ ਹੈ, ਉਹਦੀ ਗੱਲ ਨਹੀਂ ਮਹਾਰਾਜ ਇੱਥੇ ਕਰਦੇ ਹਾਂ। ਉਹ ਸਿਆਣਪ ਦਾ ਤਾਂ ਆਪਾਂ ਪਹਿਲਾਂ ਸੁਣ ਹੀ ਲਿਆ ਕਿ ਉਹ ਜਿੰਨੀ ਮਰਜ਼ੀ ਹੋਵੇ, ਹਾਂ ਉਹ ਕਿਸੇ ਅਰਥ ਨਹੀਂ ਹੈ ਸਿਆਣਪ। ਤੋ ਇਹੀ ਉੱਤਮ ਮੱਤ ਹੈ, ਇਹਨੂੰ ਕਹਿੰਦੇ ਆਤਮ ਵਿਸ਼ੈਣੀ ਬੁੱਧ। ਜਦੋਂ ਆਤਮ ਵਿਸ਼ੈਣੀ ਬੁੱਧ ਪ੍ਰਾਪਤ ਹੋਵੇ, ਸਤ ਸੰਗਤ ਵਿੱਚੋਂ ਇਹ ਪ੍ਰਾਪਤ ਹੁੰਦੀ ਹੈ, ਜਿੱਥੇ ਆ ਕਰਕੇ ਫਿਰ ਸਾਨੂੰ ਧਰਮ ਦਾ ਰਾਹ ਪ੍ਰਾਪਤ ਹੁੰਦਾ, ਪਤਾ ਲੱਗਦਾ ਕਿ ਆਹ ਧਰਮ ਦਾ ਰਾਹ ਤੇ ਇਸ ਰਸਤੇ 'ਤੇ ਚੱਲਣਾ ਹੈ। ਤੁਮਾਰੇ ਕਹਿੰਦੇ ਉਹ ਮੱਤ ਸਾਨੂੰ ਦੇਣੀ ਕਰੋ ਜਿਹਦੇ ਕਰਕੇ ਮੈਂ ਤੁਹਾਡੇ ਗੁਣ ਗਾਉਣੇ ਕਰਾਂ।
ਵਿਸਰਾਮ ਦੇ ਕਰਕੇ ਹੁਣ ਅੱਗੇ ਸਮਝਾਉਂਦੇ ਹਨ। ਜੈਸੀ ਜਨਨ ਜਠਰ ਮਹਿ ਪ੍ਰਾਨੀ। ਹੁਣ ਫਿਰ ਬੇਨਤੀ ਕਰਦੇ ਨੇ ਕਿ ਐ ਮੇਰੇ ਪ੍ਰਮਾਤਮਾ ਤੂੰ ਕਿੱਡਾ ਬੇਅੰਤ ਹੈ। ਜੈਸੇ ਜਿਸ ਪ੍ਰਕਾਰ ਜਨਨ ਕਹਿੰਦੇ ਜਨਨੀ ਨੂੰ, ਮਾਤਾ ਨੂੰ ਕਹਿੰਦੇ ਹਨ। ਜਠਰ ਕਹਿੰਦੇ ਆ ਪੇਟ ਨੂੰ। ਜਿਵੇਂ ਮਾਤਾ ਦੇ ਉਦਰ ਦੇ ਵਿੱਚ ਪ੍ਰਾਣੀ ਪ੍ਰਾਣਾਧਾਰੀ ਜਿਹੜਾ ਜੀਵ ਹੈ ਉਹ ਰਹਿਤਾ ਨਾਮ ਆਧਾਰ। ਉਹ ਪਰਮਾਤਮਾ ਦੇ ਨਾਮ ਦੇ ਆਸਰੇ ਰਹਿੰਦਾ ਹੈ। ਇਹ ਸੰਗਤ ਦੀ ਇਨਸਾਨ ਦੀ ਜਿਹੜੀ ਬੁੱਧ ਹੈ ਉਹਦੇ ਨਾਲੋਂ ਪਰੇ ਦੀ ਗੱਲ ਹੈ। ਇੱਥੇ ਇਨਸਾਨ ਦੀ ਕੋਈ ਅਕਲ ਨਹੀਂ ਕੋਈ ਕੰਮ ਕਰ ਸਕਦੀ ਹੈ, ਕਿਉਂਕਿ ਆਪਣੇ ਮਾਤਾ ਦਾ ਜਿੱਥੇ ਉਦਰ ਹੈ, ਕੁੱਖ ਹੈ ਜਿਹਨੂੰ ਆਪਾਂ ਕਹਿ ਲਈਏ ਸਿੱਧੇ ਸ਼ਬਦਾਂ ਦੇ ਵਿੱਚ, ਉੱਥੇ ਸੰਗਤ ਦੀ ਬੱਚੇ ਦੀ ਪਰਵਰਿਸ਼ ਹੁੰਦੀ ਹੈ। ਬਿੰਦ ਤੇਜਨ ਪਿੰਡ ਕੀਆ ਅਗਨ ਉਦਰ ਮੁਝਾਰ। ਇੱਕ ਨਿੱਕੀ ਨਾਨੀ ਸੀ ਬੂੰਦ, ਨਿੱਕੀ ਜੀ ਬੂੰਦ ਤੋਂ ਕਹਿੰਦੇ ਉੱਥੇ ਇੱਕ ਸਰੀਰ ਬਣ ਜਾਂਦਾ ਇੱਕ ਪ੍ਰਾਣੀ ਦਾ। ਉਹ ਜਿਹੜਾ ਉੱਥੇ ਸੰਗਤ ਜੀ ਦੇਖੋ ਮਾਤਾ ਦਾ ਮਿੱਧਾ ਹੈ, ਉੱਥੇ ਹੀ ਨਿੱਕੀਆਂ ਨਿੱਕੀਆਂ ਆਂਦਰਾਂ ਹਨ। ਜੇ ਕਿਤੇ ਉਹ ਬੂੰਦ ਆਂਦਰਾਂ ਵਾਲੇ ਪਾਸੇ ਚਲੀ ਜਾਵੇ ਤਾਂ ਉੱਥੇ ਮਾਤਾ ਦੀ ਫਿਰ ਮੌਤ ਹੋ ਜਾਂਦੀ ਹੈ। ਕਿਉਂਕਿ ਦੇਖੋ ਕੈਸੇ ਹੀ ਪਰਮਾਤਮਾ ਦੇ ਵਿਧੀ ਵਿਧਾਨ। ਉੱਥੇ ਇਨਸਾਨ ਦੀ ਕੋਈ ਬੁੱਧ ਦੀ ਪਹੁੰਚ ਨਹੀਂ ਕਿ ਉੱਥੇ ਕਿਵੇਂ ਬੱਚਾ ਪਲਦਾ ਹੈ। ਨਿੱਕਾ ਨਿੱਕਾ ਜਿਹਾ ਪੜਦਾ ਹੈ, ਉਸੇ ਪਰਦੇ ਦੇ ਵਿੱਚ ਇੱਕ ਨਵੀਂ ਜਿੰਦ ਨਵਾਂ ਸਰੀਰ ਬਣ ਜਾਂਦਾ ਹੈ। ਤੋ ਮਹਾਰਾਜ ਇੱਥੇ ਸਾਨੂੰ ਦੱਸ ਰਹੇ ਆ, ਇਹ ਜਿਹੜੇ ਕੁਝ ਅਗੰਮੀ ਪੈਗੰਬਰ ਹਨ, ਤ੍ਰੈਕਾਲਦਰਸ਼ੀ ਸਤਿਗੁਰੂ ਜੀ ਨੇ, ਜਾਂ ਕੋ ਤ੍ਰੈਕਾਲਦਰਸ਼ੀ ਮਹਾਤਮਾ ਜਿਹੜਾ ਕੋਈ ਹੋ ਜਾਵੇ ਬੰਦਗੀ ਕਰਦਾ ਇਹ ਉਹ ਇਸ ਗੱਲ ਨੂੰ ਸਮਝ ਸਕਦੇ, ਅਨੁਭਵ ਕਰ ਸਕਦੇ ਆ। ਇਨਸਾਨ ਦੀ ਬੁੱਧ ਤੋਂ ਪਰੇ ਦੀ ਗੱਲ ਹੈ। ਗੁਰਬਾਣੀ 'ਚ ਲਿਖੀ ਹੈ, ਇਸ ਕਰਕੇ ਸੱਤ ਹੈ। ਤੁਮਾਰੇ ਕਹਿੰਦੇ ਜੈਸੇ ਜਿਸ ਪ੍ਰਕਾਰ ਜਨਨ ਮਾਤਾ ਦੇ ਉਦਰ ਦੇ ਵਿੱਚ ਪ੍ਰਾਣੀ ਪ੍ਰਾਣਾਧਾਰੀ ਜਿਹੜਾ ਜੀਵ ਹੈ ਉਹ ਪਰਮਾਤਮਾ ਦੇ ਨਾਮ ਦੇ ਆਸਰੇ ਰਹਿੰਦਾ। ਉੱਥੇ ਆਨੰਦ ਕਰੈ ਸਾਸ ਸਾਸ ਸਮਾਰੈ। ਉੱਥੇ ਕਹਿੰਦੇ ਲਟਕਦਾ ਚਾਹੇ ਪੁੱਠਾ ਹੈ, ਪਰ ਸਾਸ ਸਾਸ ਪਰਮਾਤਮਾ ਦਾ ਨਾਮ ਸੰਭਾਰਦਾ, ਚੇਤੇ ਕਰਦਾ ਹੈ। ਉੱਥੇ ਆਨੰਦ ਕਰੈ ਤੇ ਬੜੀ ਖੁਸ਼ੀ ਕਰਦਾ, ਆਨੰਦ ਕਰਦਾ ਹੈ। ਆਨੰਦ ਦੇ ਨਾਲ ਹੀ ਕਦੀ ਇੱਧਰ ਲੱਤ ਮਾਰਦਾ ਤੇ ਕਦੀ ਇੱਧਰ ਨੂੰ ਪੈਰ ਆਪਣਾ, ਕਦੀ ਇੱਧਰ ਹੱਥ ਮਾਰ ਦਿੰਦਾ ਹੈ। ਨਾ ਪੋਹੈ ਅਗਨਾਰ। ਪਰ ਦੇਖੋ ਕਹਿੰਦੇ ਕਿ ਉੱਥੇ ਮਾਤਾ ਦੇ ਜਿਹੜਾ ਮਿੱਧਾ ਹੈ, ਖਾਧੇ ਹੋਏ ਰੋੜ, ਖਾਧੇ ਹੋਏ ਸਖਤ ਤੋਂ ਸਖਤ ਭੋਜਨ ਹਜਮ ਹੋ ਜਾਂਦੇ ਨੇ, ਤੇ ਬੱਚਾ ਇਹ ਨਿੱਕੀ ਜਿਹੀ ਝਿੱਲੀ ਉਹਦੇ ਆਲੇ ਦੁਆਲੇ ਪਾਈ ਹੁੰਦੀ ਹੈ, ਤੇ ਉਹਦੇ ਵਿੱਚ ਉਹ ਬੱਚੇ ਨੂੰ ਉਹ ਅੱਗ ਨਹੀਂ ਪਾਉਂਦੀ ਹੈ ਜਿਸ ਅੱਗ ਦੇ ਨਾਲ ਸਾਰਾ ਖਾਧਾ ਪੀਤਾ ਭੋਜਨ ਹਜਮ ਹੁੰਦਾ ਹੈ। ਤੇ ਉਹ ਪੇਟ ਦੀ ਜਿਹੜੀ ਅੱਗ ਹੈ, ਤੇ ਉਹ ਅੱਗ ਨਿੱਕੀ ਜਿਹੀ ਝਿੱਲੀ ਕਰਕੇ ਬੱਚੇ ਨੂੰ ਸੰਗਤ ਜੀ ਛੂੰਹਦੀ ਨੇ, ਉਹਨੂੰ ਸਾੜ ਨਹੀਂ ਸਕਦੀ ਹੈ। ਤੁਮਾਰਾ ਦੱਸਦੇ ਇੱਥੇ ਪਰਮਾਤਮਾ ਦਾ ਉਪਕਾਰ, ਕਿ ਪਰਮਾਤਮਾ ਦਾ ਉਪਕਾਰ ਕੈਸਾ ਹੈ ਸਾਡੇ ਉੱਤੇ, ਕਿ ਜਿਵੇਂ ਮਾਤਾ ਦੇ ਹੁਣ ਦੁਨੀਆ ਦੇ ਵਿੱਚ ਬਾਹਰ ਹੋਵੇ ਕੋਈ ਸੰਗਤ ਜੀ, ਬਾਹਰ ਬੱਚਾ ਜਿਹੜਾ ਹੈ ਜਦੋਂ ਜਨਮ ਲੈ ਲਿਆ, ਥੋੜ੍ਹਾ ਵੱਡਾ ਹੋਇਆ ਹੈ, ਤੇ ਉਹ ਅੱਗ ਦੇ ਪਾਸ ਜਾਏ, ਚਾਹੇ ਨਹੀਂ ਅੱਗ ਦਾ ਗਿਆਨ, ਪਰ ਜਦੋਂ ਅੱਗ ਉਹਨੂੰ ਸਾੜਨ ਲੱਗਦੀ ਹੈ, ਹੱਥ ਕਰਦਾ ਗਾਂ, ਤਾਂ ਫਿਰ ਆਪਣੇ ਆਪ ਪਿੱਛੇ ਨੂੰ ਖਿੱਚ ਲੈਂਦਾ ਹੈ। ਕਈ ਬੱਚੇ ਸੰਗਤ ਜੀ ਜਿਵੇਂ ਪਸ਼ੂਆਂ ਦੇ ਨਾਲ, ਜਾਨਵਰਾਂ ਦੇ ਨਾਲ, ਜਿਵੇਂ ਸੱਪ ਹੈ ਕੋਈ ਅਚਾਨਕ ਆ ਗਿਆ, ਉਹ ਬੱਚੇ ਨੂੰ ਨਹੀਂ ਕੁਝ ਉਹਦਾ ਗਿਆਨ ਹੈ, ਪਰ ਜਦੋਂ ਸੱਪ ਸੰਗਤ ਜੀ ਦੰਦੀ ਵੜਦਾ ਹੈ, ਜਾਂ ਉਹ ਉਹਨੂੰ ਲਪੇਟਣਾ ਕਰਦਾ, ਜਾਂ ਕੋਈ ਪਸ਼ੂ ਮਾਰਨ ਪੈਂਦਾ ਹੈ, ਤਾਂ ਬੱਚੇ ਨੂੰ ਸਮਝ ਪੈਂਦੀ ਹੈ, ਉਹ ਡਰ ਕੇ ਬੱਚਾ ਭੱਜਦਾ ਜਾਂ ਰੋਂਦਾ ਹੈ। ਪਰ ਮਾਤਾ ਦੇ ਉਦਰ ਵਿੱਚ ਤਾਂ ਕੋਈ ਸਮਝ ਨਹੀਂ। ਉੱਥੇ ਫਿਰ ਕਿਵੇਂ ਰੱਖਿਆ ਹੋਵੇ, ਕਿਉਂਕਿ ਉੱਥੇ ਤਾਂ ਇਨਸਾਨ ਦੀ ਕੋਈ ਪਹੁੰਚ ਨਹੀਂ ਕਿ ਜਿਹਦੇ ਕਰਕੇ ਰੱਖਿਆ ਹੋ ਸਕਦੀ ਹੋਵੇ। ਉੱਥੇ ਫਿਰ ਮੰਨਣਾ ਪੈਣਾ ਕਿ ਸੰਗਤ ਜੀ ਪਰਮਾਤਮਾ ਰੱਖਿਆ ਕਰਦਾ। ਤੋ ਮਹਾਰਾਜ ਇੱਕ ਹੋਰ ਸਾਨੂੰ ਗੱਲ ਸਮਝਾ ਰਹੇ ਨੇ ਕਿ ਪਰਮਾਤਮਾ ਕਿਵੇਂ ਰੱਖਿਆ ਕਰਦਾ। ਉੱਥੇ ਜਿਹੜਾ ਮਨੁੱਖ ਹੁੰਦਾ ਹੈ, ਜੋ ਪ੍ਰਾਣੀ ਹੈ, ਮਾਤਾ ਦੀ ਜੋ ਨਾਭੀ ਹੈ, ਉਹ ਜਿਹੜੀ ਨਾੜ ਹੈ ਸੰਗਤ ਜੀ, ਨਾੜੂ ਆ, ਉਹਦੇ ਨਾਲ ਹੀ ਮਾਤਾ ਦੇ ਖਿਆਲ, ਮਾਤਾ ਦੀ ਖਾਧੀ ਹੋਈ ਖੁਰਾਕ ਬੱਚੇ ਨੂੰ ਪਹੁੰਚਦੀ ਹੈ, ਤੇ ਨਾਭੀ ਦੇ ਨਾਲ ਹੀ ਉਸ ਦੀ ਨਾਭੀ ਜੁੜੀ ਹੁੰਦੀ ਹੈ, ਜਿੱਥੋਂ ਕਹਿੰਦੇ ਪਰਾ ਬਾਣੀ ਦੇ ਰਾਹੀਂ ਬੱਚਾ ਉਸ ਸਮੇਂ ਪਰਮਾਤਮਾ ਦੇ ਸਿਮਰਨ ਵਿੱਚ ਜੁੜਿਆ ਹੁੰਦਾ। ਸਿਮਰਨ ਵਿੱਚ ਜੁੜਨ ਕਰਕੇ ਉਸ ਬੱਚੇ ਨੂੰ ਜੋ ਮਾਤਾ ਦੇ ਉਦਰ ਦੇ ਅੰਦਰਲੇ ਦੁੱਖ ਸਨ ਉਹ ਫਿਰ ਪਹੁੰਚਦੇ ਨਹੀਂ। ਹੁਣ ਆਪਾਂ ਜਨਮ ਲੈ ਲਿਆ, ਹੁਣ ਸਾਨੂੰ ਕੋਈ ਸੰਗਤ ਜੀ ਕਮਰੇ ਦੇ ਵਿੱਚ ਬੰਦ ਕਰੇ ਸਾਂ, ਤੇ ਉੱਥੇ ਸਾਡਾ ਦਮ ਘੁੱਟ ਜਾਣਾ, ਤੇ ਮਾਤਾ ਦੇ ਉਦਰ ਦੇ ਵਿੱਚ ਦੇਖੋ ਕਿਵੇਂ ਬੱਚਾ ਸਾਹ ਲੈਂਦਾ ਹੋਏਗਾ। ਤੁਮਾਰੇ ਕਹਿੰਦੇ ਉੱਥੇ ਪਰਾ ਬਾਣੀ ਰਾਹੀਂ, ਉਹ ਜਿਹੜੀ ਨਾੜੂਆ ਜਿਹੜਾ ਹੁੰਦਾ ਹੈ, ਉਹਦੇ ਰਾਹੀਂ ਮਾਤਾ ਦੇ ਨਾਲ
ਉਹ ਪਰਮਾਤਮਾ ਸੰਗਤ ਜੀ ਉਹਦੀ ਰੱਖਿਆ ਕਰਦਾ, ਤਾਂ ਉੱਥੇ ਬੱਚਾ ਪਰਾ ਬਾਣੀ ਦੇ ਰਾਹੀਂ ਸਾਸ ਆਉਂਦੇ ਜਾਂਦੇ ਸਾਹਾਂ ਦੇ ਵਿੱਚ ਪਰਮਾਤਮਾ ਨੂੰ ਸਿਮਰਦਾ ਹੈ, ਚੇਤੇ ਕਰਦਾ ਹੈ। ਆਪਾਂ ਆਨੰਦ ਸਾਹਿਬ ਦੀ ਬਾਣੀ ਰੋਜ਼ ਪੜ੍ਹਦੇ ਹਾਂ। ਆਮ ਤਾਂ 6 ਪੌੜੀਆਂ ਪੜ੍ਹ ਕੇ ਸਵੇਰੇ ਸਮਾਪਤੀ ਕਰ ਦਿੰਦੇ, ਐਸੀ ਨਹੀਂ ਮਰਜ਼ਾਦਾ ਕਿਤੇ ਵੀ ਹੈ। ਉਹ ਰਹਿਰਾਸ ਸਾਹਿਬ ਜੀ ਦੇ ਵਿੱਚ ਆਉਂਦਾ, ਸਵੇਰੇ 40 ਪੌੜੀਆਂ ਪੜ੍ਹਨ ਦਾ ਹੀ ਸੰਗਤ ਜੀ ਮਹਾਰਾਜ ਵੱਲੋਂ ਹੁਕਮ ਹੈ, ਜੋ ਗੁਰਸਿੱਖ ਹੈ ਨਿਤਨੇਮ ਉਹਦੇ ਵਾਸਤੇ ਦਿੱਤਾ ਹੋਇਆ। ਤੋ ਉਹਦੇ ਵਿੱਚ ਸੰਗਤ ਜੀ ਅੱਗੇ ਜਾ ਕੇ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਕਿ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਹੁਣ ਉੱਥੇ ਸਾਨੂੰ ਬੜੀ ਸੋਹਣੀ ਗੱਲ ਗੁਰੂ ਅਮਰਦਾਸ ਜੀ ਸਮਝਾ ਰਹੇ, ਲਿਵ ਛੁੜਕੀ ਵੀ ਲਿਵ ਟੁੱਟ ਗਈ ਹੈ। ਇਹਦਾ ਮਤਲਬ ਕਿ ਪਹਿਲਾਂ ਜੁੜੀ ਹੋਈ ਸੀ ਮਾਤਾ ਦੇ ਉਦਰ ਦੇ ਵਿੱਚ, ਜਦੋਂ ਪੁੱਠੇ ਲਟਕਦੇ ਸਾਂ ਪਰਾ ਬਾਣੀ ਰਾਹੀਂ, ਉਸ ਸਮੇਂ ਸਾਡੀ ਲਿਵ ਪਰਮਾਤਮਾ ਦੇ ਸਿਮਰਨ ਵਿੱਚ ਜੁੜੀ ਹੋਈ ਸੀ। ਮਹਾਰਾਜ ਕਹਿੰਦੇ ਉੱਥੇ ਤੂੰ ਆਉਂਦੇ ਜਾਂਦੇ ਸਾਹਾਂ ਦੇ ਰਾਹੀਂ ਪਰਮਾਤਮਾ ਦਾ ਨਾਮ ਚੇਤੇ ਕਰਦਾ ਸੀ, ਅਤੇ ਪਰਮਾਤਮਾ ਦਾ ਨਾਮ ਚੇਤੇ ਹੋਣੇ ਕਰਕੇ ਉਹ ਜਿਹੜੀ ਮਾਤਾ ਦੇ ਉਦਰ ਦੀ ਅੱਗ ਸੀ, ਉਹ ਅੱਗ ਤੈਨੂੰ ਪੋਹ ਨਹੀਂ ਸਕੀ, ਉਹਨੇ ਤੈਨੂੰ ਸਾੜਨਾ ਨਹੀਂ ਕੀਤਾ। ਪਰ ਧਨ ਪਰ ਦਾਰਾ ਪਰ ਨਿੰਦਾ। ਇਹ ਉਪਕਾਰ ਦੱਸ ਕੇ ਸੰਗਤ ਜੀ ਹੁਣ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ ਨੇ ਕਿ ਹੁਣ ਕਿਵੇਂ ਸਾਡਾ ਜੀਵਨ ਸਫਲਿਆ ਹੋਵੇ ਬਾਅਦ ਵਿੱਚ ਦੁਬਾਰਾ। ਹੁਣ ਤਾਂ ਦੁਨੀਆ 'ਚ ਆ ਗਏ ਹਾਂ ਆਪਾਂ, ਅਤੇ ਹੁਣ ਕੀ ਕਰਨਾ। ਤੁਹਾਰੇ ਸੱਚੇ ਪਾਤਸ਼ਾਹ ਜੀ ਦੱਸਦੇ ਹੈ ਕਿ ਪਰਮਾਤਮਾ ਦੀ ਜਿਹੜੀ ਇਬਾਦਤ ਹੈ ਉਹਦੀ ਬੰਦਗੀ ਮਨ ਰਾਹੀਂ ਹੋਵੇਗੀ, ਪਰ ਮਨ ਦੇ ਵਿੱਚ ਸਾਡੇ 3 ਪ੍ਰਕਾਰ ਦੀ ਮੈਲ ਲੱਗੀ ਹੋਈ ਹੈ। ਇੱਥੇ ਜਿਹੜੀ ਮਹਾਰਾਜ ਦੱਸ ਰਹੇ ਨੇ ਹੈ ਤਾਂ ਹੋਰ ਵੀ ਬੇਅੰਤ ਤਰ੍ਹਾਂ ਦੀ। ਇਸ ਤੁਕ ਦੇ ਵਿੱਚ ਮਹਾਰਾਜ ਜੀ 3 ਪ੍ਰਕਾਰ ਦੀ ਬੜੀ ਵੱਡੀ ਮੈਲ ਸਾਨੂੰ ਦੱਸਦੇ ਹੈ ਕਿ ਜਿਸ ਦੇ ਕਾਰਨ ਅਸੀਂ ਧਰਮ ਦੇ ਰਾਹ 'ਤੇ ਅੱਗੇ ਸੰਗਤ ਜੀ ਕਦਮ ਨਹੀਂ ਪੁੱਟ ਪਾਉਂਦੇ। ਉਹ ਕਿਹੜੀ ਮੈਲ? ਮਹਾਰਾਜ ਕਹਿੰਦੇ ਪਰ ਧਨ, ਪਰਾਏ ਦੇ ਧਨ ਦੀ ਇੱਛਾ ਲੱਗੀ ਹੋਈ ਹੈ। ਪਰ ਦਾਰਾ, ਇਹ ਮਨੁੱਖ ਵਾਸਤੇ ਖਾਸ ਕਰਕੇ ਬੰਦੇ ਵਾਸਤੇ ਮਹਾਰਾਜ ਜੀ ਕਹਿ ਰਹੇ। ਦਾਰਾ ਨਾਮ ਹੈ ਇਸਤਰੀ ਦਾ, ਪਰਾਈ ਇਸਤਰੀ ਦੇ ਰੂਪ ਦੀ ਅੰਦਰ ਇੱਛਾ ਲੱਗੀ ਹੋਈ ਹੈ। ਫੇਰ ਪਰ ਨਿੰਦਾ, ਇਹ ਸਰਬ ਸਾਂਝਾ ਹੈ, ਪਰਾਈ ਨਿੰਦਿਆ ਅੰਦਰ ਲੱਗੀ ਹੋਈ। ਇਹ 3 ਪ੍ਰਕਾਰ ਦੀਆਂ ਸੰਗਤ ਜੀ ਮੈਲਾਂ ਨੇ। ਮਹਾਰਾਜ ਦੀ ਬਾਣੀ ਅੰਦਰ ਸਾਨੂੰ ਬੜਾ ਸੋਹਣਾ ਹੋਰ ਥਾਂ 'ਤੇ ਵੀ ਪ੍ਰਮਾਣ ਇੱਕ ਮਿਲਦਾ ਹੈ ਕਿ ਜਿਸ ਮਨੁੱਖ ਨੇ ਪਰ ਧਨ ਤੇ ਪਰ ਤਨ ਇਹਦਾ ਤਿਆਗ ਕਰ ਦਿੱਤਾ ਹੈ, ਉਹਦੇ ਪਾਸ ਹੀ ਪਰਮਾਤਮਾ ਆ ਕਰਕੇ ਵਸਦਾ, ਸਾਖਸ਼ਾਤ ਹੋ ਜਾਂਦਾ ਹੈ। ਮਨੁੱਖ ਦੇ ਅੰਦਰ ਇਹ ਖਾਸ ਕਰਕੇ ਬੜੀ ਸੰਗਤ ਜੀ ਵੱਡੀ ਮੈਲ ਲੱਗੀ ਹੋਈ ਹੈ, ਪਰ ਤਨ, ਪਰਾਏ ਤਨ ਨੂੰ ਪ੍ਰਾਪਤ ਕਰਨ ਦੀ, ਪਰ ਧਨ, ਪਰਾਏ ਧਨ ਨੂੰ ਪ੍ਰਾਪਤ ਕਰਨ ਦੀ। ਪਰ ਕਹਿੰਦੇ ਹੈ ਪਰ ਤਨ ਪਰ ਧਨ ਪਰ ਦਾਰਾ ਪਰ ਹਰੀ, ਤਾਂ ਕਿ ਨਿਕਟ ਬਸੈ ਨਰ ਹਰੀ। ਜਿਹਨੇ ਭਾਈ ਪਰ ਧਨ, ਪਰਾਏ ਧਨ ਨੂੰ ਤੇ ਪਰਾਈ ਇਸਤਰੀ ਦੀ ਜਿਹੜੀ ਅੰਦਰ ਚਾਹਨਾ ਪੈਦਾ ਹੋ ਰਹੀ ਸੀ, ਇਹਨੂੰ ਤਿਆਗ ਦਿੱਤਾ, ਉਹਦੇ ਅੰਦਰ ਹੀ ਸਾਖਸ਼ਾਤ ਹੋ ਜਾਂਦਾ ਹੈ ਪਰਮਾਤਮਾ। ਐਸਾ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ ਹੈ। ਤੇ ਸਿਧਾਂਤਕ ਤੌਰ ਉੱਤੇ ਵੀ ਸੰਗਤ ਦੀ, ਸਮਾਜਿਕ ਤੌਰ 'ਤੇ, ਚਾਹੇ ਪਰਿਵਾਰਕ ਤੌਰ ਹੈ, ਚਾਹੇ ਕੋਈ ਹੋਰ ਪੱਖ ਹੈ, ਸਾਰੇ ਪੱਖਾਂ ਉੱਤੇ ਮਨੁੱਖ ਦਾ ਕਰੈਕਟਰ ਸਭ ਤੋਂ ਉੱਚਾ ਸੁੱਚਾ ਚਾਹੀਦਾ, ਕਿਉਂਕਿ ਮਨੁੱਖ ਦਾ ਕਿਰਦਾਰ, ਮਨੁੱਖ ਦਾ ਕਰੈਕਟਰ ਹੀ ਮਨੁੱਖ ਦੇ ਜੀਵਨ ਦੀ ਰੀੜ੍ਹ ਦੀ ਹੱਡੀ ਹੋਇਆ ਕਰਦਾ ਹੈ। ਅਤੇ ਉੱਦਾਂ ਕੋਈ ਸਾਡੇ ਸੱਟ ਪੇਟ ਲੱਗ ਜਾਵੇ ਅਤੇ ਮਨੁੱਖ ਸੰਗਤ ਜੀ ਝੱਲ ਲੈਂਦਾ ਹੈ, ਪੈਰ ਕਈਆਂ ਦੇ ਵੱਢੇ ਜਾਂਦੇ ਹੈ, ਹੱਥ ਕਈਆਂ ਦੇ ਕੱਟੇ ਜਾਂਦੇ ਆ, ਪਰ ਜਦੋਂ ਰੀੜ੍ਹ ਦੀ ਹੱਡੀ ਟੁੱਟ ਜਾਵੇ ਤਾਂ ਫਿਰ ਮੁਸ਼ਕਲ ਹੈ, ਨਾ ਤਾਂ ਜੁੜਦੀ ਹੋਈ ਹੈ। ਤੋ ਇਸ ਤਰ੍ਹਾਂ ਦੀ ਉਹਦੀ ਹਾਲਤ ਬਣ ਜਾਂਦੀ ਮਨੁੱਖ ਦੀ। ਇਸੇ ਤਰ੍ਹਾਂ ਮਨੁੱਖ ਦਾ ਕਿਰਦਾਰ ਜਿਹੜਾ ਹੁੰਦਾ ਉਹ ਰੀੜ੍ਹ ਦੀ ਹੱਡੀ ਹੋਇਆ ਕਰਦਾ ਹੈ ਜੀਵਨ ਦੀ। ਜੇ ਕਿਰਦਾਰ ਮਨੁੱਖ ਦਾ ਟੁੱਟ ਜਾਵੇ ਤਾਂ ਮਨ ਨੂੰ ਫਿਰ ਉਹਦਾ ਜੀਵਨ ਹੀ ਸਾਰਾ ਟੁੱਟ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬਾਂ ਨੇ ਆਪਣੇ ਸਿੱਖਾਂ ਦਾ ਕਿਰਦਾਰ ਵਾਲਾ ਪੱਖ ਬੜਾ ਮਜ਼ਬੂਤ ਕੀਤਾ ਹੋਇਆ ਹੈ। ਤੋ ਕਿਰਦਾਰ ਵਾਲਾ ਪੱਖ ਮਜ਼ਬੂਤ ਹੋਣੇ ਕਰਕੇ ਸੰਗਤ ਜੀ ਸਿੱਖਾਂ ਦੀ ਸਾਰੇ ਪੰਥ, ਸਾਰੀ ਦੁਨੀਆ ਵਿੱਚ ਚੜ੍ਹਦੀ ਕਲਾ ਹੋ ਰਹੀ ਹੈ। ਸੋ ਰਹੋ ਵਿਚਾਰ, ਇਹ ਇੱਕ ਵੱਖਰਾ ਵਿਸ਼ਾ ਹੈ। ਤੋ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਹਨ ਪਰ ਧਨ। ਇਹ ਗੁਰਸਿੱਖਾਂ ਹੁਣ ਉਪਦੇਸ਼ ਮਹਾਰਾਜ ਦਿੰਦੇ ਹੈ। ਪਹਿਲਾਂ ਅਰਦਾਸ ਕੀਤੀ, ਵਾਹਿਗੁਰੂ ਦੇ ਪਰਉਪਕਾਰ ਦੱਸੇ ਨੇ, ਅਤੇ ਹੁਣ ਸਾਨੂੰ ਉਪਦੇਸ਼ ਦਿੰਦੇ ਹੈ ਕਿ ਹੁਣ ਤੂੰ ਕੀ ਕਰਨਾ। ਇੱਕ ਤਾਂ ਪਰ ਧਨ, ਪਰਾਇਆ ਧਨ, ਇਹਦੀ ਇੱਛਾ ਸਾਡੇ ਮਨ ਵਿੱਚ ਲੱਗੀ ਹੋਈ ਵੀ ਫਲਾਣਾ ਬੰਦਾ ਬੜਾ ਅਮੀਰ ਹੋ ਗਿਆ, ਮੈਂ ਵੀ ਹੋ ਜਾਵਾਂ, ਮੇਰੇ ਕੋਲ ਵੀ ਆਹ ਕੁਝ ਆ ਜਾਵੇ, ਐਂ ਲੱਗੀ ਹੈ ਨਾ ਇੱਛਾ। ਪਰ ਦਾਰਾ, ਪਰਾਈਆਂ ਇਸਤਰੀਆਂ ਦੇ ਅੰਦਰ ਸੰਗਤ ਜੀ ਉਹ ਆਪਣੇ ਮਨ ਵਿੱਚ ਗਲਤ ਵਿਚਾਰ ਮਨੁੱਖ ਪੈਦਾ ਕਰਦਾ ਹੈ। ਤੋ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਸਿੱਧੇ ਪ੍ਰਮਾਣ ਦਿੱਤੇ ਹੋਏ ਹਨ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹਨ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ। ਤੋ ਦਸਮ ਗ੍ਰੰਥ ਅੰਦਰ ਦਸਮ ਪਾਤਸ਼ਾਹ ਮਹਾਰਾਜ ਜੀ ਵੀ ਕਹਿੰਦੇ ਹਨ ਕਿ ਪਰ ਧਨ ਭਾਰਤ
ਪਰ ਧਨ ਪਾਹਨ ਤੁਲ, ਤ੍ਰੀਆ ਪਰ ਮਾਤ ਹਮਾਰੈ। ਇਹ ਮਹਾਰਾਜ ਸੱਚੇ ਪਾਤਸ਼ਾਹ 10ਵੇਂ ਗ੍ਰੰਥ ਵਿੱਚ ਲਿਖਦੇ ਕਿ ਪਰਾਇਆ ਜਿਹੜਾ ਧਨ ਹੈ ਇਹਨੂੰ ਤਾਂ ਪਾਹਨ ਤੁਲ, ਪਾਹਨ ਕਹਿੰਦੇ ਪੱਥਰ, ਪੱਥਰ ਦੇ ਵਾਂਗ ਜਾਣੇ। ਜਿਵੇਂ ਪੱਥਰ ਆਪਾਂ ਤੁਰੇ ਜਾਂਦੇ ਆ, ਪਟਰੀ ਦੇ ਕਿੰਨੇ ਪੱਥਰ ਪਏ ਆ, ਉਹਦੇ ਵੱਲ ਸਾਡੀ ਕੋਈ ਜ਼ਿਆਦਾ ਬਿਰਤੀ ਤਾਂ ਨਹੀਂ ਨਾ ਲੁਭਾਇਮਾਨ ਹੁੰਦੀ। ਇੱਦਾਂ ਹੀ ਪਰਾਏ ਧਨ ਨੂੰ ਕਹਿੰਦੇ ਪੱਥਰ ਸਮਾਨ ਜਾਣ ਕੇ ਛੱਡ ਦੇਵੀ। ਅਤੇ ਤ੍ਰੀਆ ਪਰ ਮਨੁੱਖ ਵਾਸਤੇ ਮਹਾਰਾਜ ਦੱਸਦੇ ਦਾ ਕਰੈਕਟਰ ਉੱਚਾ ਕਰਨ ਵਾਸਤੇ ਕਿ ਜਿਹੜਾ ਪਰ ਤ੍ਰੀਆ ਇਸਤਰੀ ਹੈ ਪਰਾਈ, ਤ੍ਰੀਆ ਪਰ ਮਾਤ ਹਮਾਰੈ, ਮਹਾਰਾਜ ਕਹਿੰਦੇ ਉਹਨੂੰ ਆਪਣੀ ਮਾਂ ਦੇ ਸਮਾਨ ਸਮਝੀ। ਕਿਉਂਕਿ ਭਾਈ ਗੁਰਦਾਸ ਸਾਹਿਬ ਜੀ ਇਸ ਪੱਖ ਵਿੱਚ ਇੱਕ ਬੜੀ ਸੋਹਣੀ ਸਾਨੂੰ ਗੱਲ ਸਮਝਾਉਂਦੇ। ਉਹ ਕਹਿੰਦੇ ਹੈ ਕਿ ਵੱਡਾ ਕੁਕਰਮੀ ਵਖਾਣੀ ਹੈ ਧੀ ਭੈਣੋਂ ਸੰਗੇ। ਚਾਹੇ ਕਿੱਡਾ ਵੱਡੇ ਤੋਂ ਵੱਡਾ ਕੋਈ ਕੁਕਰਮੀ ਬੰਦਾ ਹੋਵੇ, ਕਾਮ ਦੀ ਵਾਸ਼ਨਾ ਵਿੱਚ ਗਲਤਾਨ ਹੋਇਆ ਹੋਵੇ, ਪਰ ਆਪਣੀ ਧੀ ਭੈਣ ਤੋਂ ਸੰਗ ਕਰਦਾ ਹੈ, ਇਸੇ ਤਰੀਕੇ ਦਾ ਉਹ ਸ਼ਰਮ ਕਰਦਾ ਆਪਣੇ ਮਨ ਵਿੱਚ। ਤਾਂ ਕਹਿੰਦੇ ਜਦੋਂ ਆਪਾਂ ਪਰਾਈਆਂ ਇਸੇ ਤਰ੍ਹਾਂ ਮਾਵਾਂ ਭੈਣਾਂ ਧੀਆਂ ਜਾਣਾਂਗੇ ਤੇ ਉਸ ਬੰਦੇ ਦਾ ਫਿਰ ਕਰੈਕਟਰ ਆਪਣੇ ਆਪ ਉੱਚਾ ਸੁੱਚਾ ਹੋਏਗਾ। ਤੋ ਇਸ ਪ੍ਰਕਾਰ ਇੱਕ ਵੱਖਰਾ ਸੰਗਤ ਦੀ ਲੰਮਾ ਵਿਸ਼ਾ ਬਣ ਜਾਂਦਾ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਖਾਸ ਕਰਕੇ ਦੱਸਿਆ ਕਿ ਜੋ ਸਾਡਾ ਉਸ ਸਤ ਧਰਮ ਦੇ ਰਾਹ ਤੋਂ ਵਿਛੋੜਾ ਪਿਆ ਹੋਇਆ, ਉਹਦੇ ਵਿੱਚ ਆ 3 ਚੀਜ਼ਾਂ ਵਿਸ਼ੇਸ਼ ਕਰਕੇ ਨੇ। ਇੱਕ ਪਰਾਇਆ ਧਨ, ਇੱਕ ਪਰਾਇਆ ਤਨ, ਇੱਕ ਪਰਾਈ ਨਿੰਦਾ ਹੋ ਗਈ। ਇਹ ਜਿਹੜੇ 3 ਵਿਕਾਰ ਹਨ, ਇਹਨਾਂ ਦੇ ਨਾਲ ਜਿਹੜੀ ਸਾਡੀ ਅੰਦਰਲੀ ਪ੍ਰੀਤੀ ਜੁੜਦੀ ਜਾ ਰਹੀ ਹੈ, ਮਰ ਕਹਿੰਦੇ ਉਹ ਪ੍ਰੀਤੀ ਨਿਵਾਰ ਦੇ, ਖਤਮ ਕਰ ਦੇ, ਅੰਦਰੋਂ ਪ੍ਰੀਤੀ ਤੋੜ ਦੇ, ਉਹ ਨਾ ਤੂੰ ਧਾਰਨ ਕਰ। ਚਰਨ ਕਮਲ ਸੇਵੀ ਰਿਦ ਅੰਤਰ। ਫਿਰ ਕੀ ਕਰਨਾ? ਤਾਂ ਮਹਾਰਾਜ ਕਹਿੰਦੇ ਜੋ ਪਰਮਾਤਮਾ ਦੇ ਚਰਨ ਕਮਲ ਹਨ, ਉਹਨਾਂ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਦੇ ਵਿੱਚ ਸੇਵਨਾ ਕਰੋ, ਪਰਮਾਤਮਾ ਦਾ ਨਾਮ ਜਪੋ। ਗੁਰਪੂਰੀ ਕੈ ਆਧਾਰ। ਕਿਵੇਂ ਨਾਮ ਜਪਣਾ? ਮਹਾਰਾਜ ਕਹਿੰਦੇ ਪੂਰੇ ਗੁਰੂ ਦਾ ਆਧਾਰ ਆਸਰਾ ਲੈ ਕਰਕੇ। ਜਿੰਨਾ ਚਿਰ ਗੁਰੂ ਦਾ ਸਹਾਰਾ ਨਹੀਂ ਸਾਨੂੰ ਮਿਲਦਾ, ਉਹਨਾਂ ਚਿਰ ਨਾਮ ਹੀ ਸੰਗਤ ਜੀ ਸਾਥੋਂ ਜਪਿਆ ਨਹੀਂ ਜਾਣਾ। ਕਿਉਂਕਿ ਹੁਣ ਉੱਦਾਂ ਆਪਾਂ ਕਹਿ ਲਈਏ ਵਾਹਿਗੁਰੂ ਵਾਹਿਗੁਰੂ ਜਪੀ ਜਾਵਾਂਗੇ, ਕੋਈ ਕਿਸ ਤਰ੍ਹਾਂ ਨਾਮ ਜਪੀ ਜਾਂਦਾ ਹੈ, ਪਰ ਆਹ ਜਿਹੜੀਆਂ ਗੱਲਾਂ ਹੁਣੇ ਮਹਾਰਾਜ ਨੇ ਪਹਿਲੀ ਤੁਕ ਵਿੱਚ ਦੱਸੀਆਂ ਨੇ, ਇਹ ਨਹੀਂ ਨਾ ਸਾਨੂੰ ਪਤਾ ਚੱਲਦੀਆਂ। ਆਪਾਂ ਨਾਮ ਹੀ ਜਪੀ ਜਾਈਏ ਅਤੇ ਨਾਲ ਉਹ ਗੁਨਾਹ ਵੀ ਕਰੀ ਜਾਈਏ, ਅਤੇ ਫਿਰ ਉਹਦੇ ਨਾਲ ਅੱਗੇ ਹੁੰਦੀ ਨਹੀਂ, ਸਫਲਤਾ ਨਹੀਂ ਹੁੰਦੀ। ਜਿਵੇਂ ਬੰਦਾ ਸੰਗਤ ਦੀ ਕਦਮ ਵੀ ਪੁੱਟੀ ਜਾਵੇ ਅਤੇ ਰਸਤਾ ਵੀ ਮੁੱਕੇ ਨਾ, ਅਤੇ ਉਹ ਫਿਰ ਥਕਾਵਟ ਹੀ ਹੈ ਨਾ। ਜਿਵੇਂ ਅੱਜ ਕੱਲ੍ਹ ਮਸ਼ੀਨਾਂ ਨੇ ਭੱਜਣ ਵਾਲੀਆਂ, ਅਤੇ ਉਹ ਬੰਦੇ ਦਾ ਰਸਤਾ ਤਾਂ ਨਹੀਂ ਮੁੱਕ ਰਿਹਾ, ਉੱਥੇ ਹੀ ਭੱਜੀ ਜਾ ਰਿਹਾ ਹੈ, ਅਤੇ ਉਹ ਇਸ ਤਰੀਕੇ ਦੇ ਨਾਲ ਥਕਾਵਟ ਉਸੇ ਤਰ੍ਹਾਂ ਹੀ ਹੋ ਜਾਂਦੀ ਹੈ, ਪਸੀਨਾ ਵੀ ਉਸੇ ਤਰ੍ਹਾਂ ਆ ਜਾਂਦਾ ਹੈ, ਪਰ ਰਸਤਾ ਉੱਥੇ ਦਾ ਖੜ੍ਹੇ ਉੱਥੇ ਦੇ ਉੱਥੇ ਹੀ ਹੁੰਦੇ ਆਪਾਂ, ਸਮਾਂ ਵੀ ਲੰਘ ਜਾਂਦਾ। ਤੋ ਇਸੇ ਤਰ੍ਹਾਂ ਹੀ ਜ਼ਿੰਦਗੀ ਹੈ, ਉਹ ਬੰਦਾ ਸਮਾਂ ਲੰਘਾਈ ਜਾਂਦਾ, ਥਕਾਵਟ ਵੀ ਹੋਈ ਜਾਂਦੀ ਹੈ, ਪਰੰਤੂ ਅੱਗੇ ਤਰੱਕੀ ਕੋਈ ਨਹੀਂ ਹੋਈ ਅਧਿਆਤਮਿਕ। ਤੋ ਮਹਾਰਾਜ ਕਹਿੰਦੇ ਉਹ ਇਸ ਕਰਕੇ ਨਹੀਂ ਹੋ ਰਹੀ ਕਿਉਂਕਿ ਜਿਹੜੇ ਕੁਝ ਵਿਕਾਰ ਸੀ, ਔਗਣ ਸਨ, ਉਹ ਤਾਂ ਆਪਾਂ ਛੱਡ ਹੀ ਨਹੀਂ ਰਹੇ ਸਾਂ। ਜਿਵੇਂ 6ਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਸ ਆਏ ਸੀ ਨਾ ਉਹ ਪੰਡਿਤ, ਉਹ ਖੂਹ ਦੇ ਵਿੱਚ ਬਿੱਲੀ ਡਿੱਗ ਪਈ, ਕਹਿਣ ਲੱਗੇ ਮਹਾਰਾਜ ਉਹ ਖੂਹ ਕਿਵੇਂ ਸਾਡਾ ਸਾਫ਼ ਹੋਵੇ, ਬਿੱਲੀ ਡਿੱਗ ਪਈ ਵਿੱਚ। ਤੋ ਮਹਾਰਾਜ ਨੇ ਕਿਹਾ ਜੀ ਇੱਦਾਂ ਕਰਿਓ, ਤੁਸੀਂ ਬਿੱਲੀ ਕੱਢ ਕੇ ਦੇ 100-200 ਜਿਹੜੇ ਡੋਲ ਹੈ ਪਾਣੀ ਦੇ ਬਾਹਰ ਰੋੜ ਦਿਓ, ਥੱਲਿਓਂ ਪਾਣੀ ਸਾਫ਼ ਹੋ ਆ ਜਾਏਗਾ, ਪਾਣੀ ਵਰਤ ਲਿਆ ਜੇ। ਉਹ ਗਏ ਸੰਗਤ ਜੀ, ਉਹਨਾਂ ਨੇ ਡੋਲ ਤਾਂ ਚੇਤੇ ਰੱਖ ਲਏ ਕਿ ਪਾਣੀ ਦੇ ਡੋਲ ਬਾਹਰ ਕੱਢਣੇ, ਬਿੱਲੀ ਕੱਢੀ ਨਾ। ਤੋ ਉਸੇ ਤਰ੍ਹਾਂ ਹੀ ਵਿੱਚ ਬਦਬੂ ਆਵੇ ਫਿਰ ਪਾਣੀ ਦੇ, ਫਿਰ ਆ ਗਏ, ਕਹਿਣ ਲੱਗੇ ਮਹਾਰਾਜ ਉਹ ਬਦਬੂ ਤਾਂ ਗਈ ਨਹੀਂ। ਮਹਾਰਾਜ ਕਹਿੰਦੇ ਭਈ 500-700 ਹੋਰ ਡੋਲ ਬਾਹਰ ਕੱਢ ਸੁੱਟੋ ਪਾਣੀ। ਉੱਦਾਂ ਉਸੇ ਤਰ੍ਹਾਂ ਕੀਤਾ ਪਰ ਬਿੱਲੀ ਕੱਢੀ ਨਾ। ਫਿਰ ਆ ਗਏ ਮਹਾਰਾਜ, ਉਹ ਡੋਲ ਤਾਂ ਕੱਢ ਲਏ ਪਾਣੀ ਦੇ 500 ਵੀ, ਪਰ ਪਾਣੀ ਅਜੇ ਵੀ ਮੈਲਾ। ਮਹਾਰਾਜ ਕਹਿਣ ਲੱਗੇ ਉਹ ਪਣ ਤੋਂ ਉਹ ਬਿੱਲੀ ਕੱਢੀ ਸੀ ਕਿ ਨਹੀਂ ਵਿੱਚੋਂ ਖੂਹ ਦੇ? ਕਹਿੰਦੇ ਬਿੱਲੀ ਤਾਂ ਅਸੀਂ ਕੱਢੀ ਨਹੀਂ ਜੀ। ਤੋ ਇਸ ਤਰ੍ਹਾਂ ਵੀ ਉਹ ਜਿੰਨਾ ਚਿਰ ਖੂਹ ਦੇ ਵਿੱਚੋਂ ਜਿਹੜੀ ਮਰੀ ਹੋਈ ਬਿੱਲੀ ਸੀ ਉਹ ਨਹੀਂ ਬਾਹਰ ਕੱਢਦੇ, ਅਤੇ ਖੂਹ ਦਾ ਪਾਣੀ ਕਿਵੇਂ ਸਾਫ਼ ਹੋਣਾ ਸੀ? ਉਹ ਚਾਹੇ ਜਿੰਨਾ ਮਰਜ਼ੀ ਪਾਣੀ ਕੱਢੀ ਜਾਂਦੇ, ਉਹ ਥਕਾਵਟ ਨੂੰ ਹੀ ਪ੍ਰਾਪਤ ਹੋਏ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਫਿਰ ਸਾਨੂੰ ਉਪਦੇਸ਼ ਦਿੱਤਾ ਸੀ 6ਵੇਂ ਪਾਤਸ਼ਾਹ ਜੀ ਨੇ। ਮਹਾਰਾਜ ਕਹਿੰਦੇ ਗੁਰਸਿੱਖੋ, ਇਸੇ ਤਰ੍ਹਾਂ ਜਿੰਨਾ ਚਿਰ ਅੰਦਰ ਦੀ ਜਿਹੜੀ ਮੈਲ ਲੱਗੀ ਹੋਈ ਹੈ ਹਉਮੈ ਦੀ ਖਾਸ ਕਰਕੇ, ਜਾਂ ਇੱਥੇ ਜਿਹੜੀਆਂ 3 ਕਹੀਆਂ ਨੇ ਮਹਾਰਾਜ ਨੇ, ਜਿੰਨਾ ਚਿਰ ਇਹ ਨਹੀਂ ਛੱਡਦੇ, ਉਹਨਾਂ ਚਿਰ ਅਧਿਆਤਮਿਕ ਉੱਨਤੀ ਕੋਈ ਨਹੀਂ ਹੋ ਸਕਦੀ ਹੈ। ਅਧਿਆਤਮਿਕ ਉੱਨਤੀ ਵਾਸਤੇ ਪਹਿਲਾਂ ਇਹ ਛੱਡੋ, ਅਤੇ ਨਾਲ ਫਿਰ ਪਰਮਾਤਮਾ ਦਾ ਨਾਮ ਜਪੋ ਅਤੇ ਗੁਰੂ ਦਾ ਸਹਾਰਾ ਲਓ। ਗੁਰੂ ਦਾ ਸਹਾਰਾ ਤੱਕਾਂਗੇ ਤਾਂ ਗੁਰੂ ਸਾਨੂੰ ਫਿਰ ਇਹਦੇ ਤੋਂ ਤਰੀਕੇ ਦੱਸੇਗਾ ਵੀ ਇਸ ਚੀਜ਼ ਤੋਂ ਇੱਦਾਂ ਬਚੋ, ਇਸ ਤੋਂ ਇੱਦਾਂ ਬਚੋ। ਨਿੱਤ ਹੀ ਅਨੇਕਾਂ ਸ਼ਬਦਾਂ ਵਿੱਚ ਸੰਗਤ ਦੀ ਵਿਚਾਰ ਆ ਰਹੀ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਕਿਵੇਂ ਕਿਵੇਂ ਸਾਡਾ ਜੀਵਨ ਨਿੱਤ ਨਿੱਤ ਬਦਲਦਾ ਜਾਂਦਾ,
ਤੋ ਮਹਾਰਾਜ ਕਹਿੰਦੇ ਪਹਿਲਾਂ ਆਪਣੇ ਕਰਮਾਂ ਦੀ ਵਿਚਾਰ ਕਰੋ। ਜਦੋਂ ਆਪਾਂ ਆਪਣੇ ਕਰਮਾਂ ਦੀ ਵਿਚਾਰ ਕਰਾਂਗੇ ਵੀ ਸਵੇਰ ਤੋਂ ਲੈ ਕਰਕੇ ਵੀ ਸ਼ਾਮਾਂ ਤੱਕ ਮੈਂ ਕੀ ਕੰਮ ਕਰਦਾ ਹਾਂ, ਉਹ ਕਰਮਾਂ ਦੀ ਵਿਚਾਰ ਜਦੋਂ ਕਰਾਂਗੇ ਆਪਾਂ, ਤੇ ਜਿਹੜੇ ਉਹਦੇ ਵਿੱਚ ਗਲਤ ਕਰਮ ਹੈ ਉਹਨਾਂ ਨੂੰ ਕੋਸ਼ਿਸ਼ ਕਰੋ ਛੱਡਣ ਦੀ। ਇੱਕ ਨਹੀਂ, ਦੋ ਨਹੀਂ, ਹਫ਼ਤਾ, ਮਹੀਨਾ, ਸਾਲ ਲੱਗ ਜਾਏਗਾ ਉਹਨਾਂ ਗਲਤਾਂ ਨੂੰ ਛੱਡਦਿਆਂ। ਤੇ ਫਿਰ ਜਿਹੜੇ ਚੰਗੇ ਕਰਮ ਹੈ ਉਹਨਾਂ ਚੰਗੇ ਕਰਮਾਂ ਦੇ ਵਿੱਚ ਫਿਰ ਪ੍ਰਵਿਰਤ ਹੋਣਾ। ਚੰਗੇ ਕਰਮਾਂ 'ਚ ਪ੍ਰਵਿਰਤ ਹੋ ਕਰਕੇ ਦੇਖਣਾ ਵੀ ਕਿਹੜਾ ਚੰਗਾ ਕਰਮ ਮੈਨੂੰ ਫਿਰ ਗਲਤ ਕਰਮਾਂ ਵਾਲੇ ਪਾਸੇ ਪ੍ਰੇਰ ਰਿਹਾ, ਕਿਉਂਕਿ ਕਈ ਵਾਰੀ ਚੰਗੇ ਖਿਆਲ ਵੀ ਸਾਨੂੰ ਮੁੜ ਗਲਤ ਖਿਆਲਾਂ ਵਿੱਚ ਲੈ ਜਾਂਦੇ ਹੁੰਦੇ ਨੇ। ਤੋ ਇਸ ਪ੍ਰਕਾਰ ਫਿਰ ਉਹਨਾਂ ਦੇ ਨਾਲ ਸੰਗਤ ਜੀ ਵਿਚਾਰ ਕਰ ਕਰਕੇ ਆਪਣੇ ਅੰਦਰ ਗੁਰੂ ਦੇ ਸ਼ਬਦ ਦਾ ਸਹਾਰਾ ਲੈ ਕਰਕੇ ਹੌਲੀ ਹੌਲੀ ਫਿਰ ਜੀਵਨ ਇੱਦਾਂ ਸਫਲ ਹੋ ਜਾਂਦਾ ਹੈ। ਹਮਾਰੇ ਇੱਥੇ ਕਹਿੰਦੇ ਭਾਈ ਗੁਰੂ ਦੇ ਚਰਨਾਂ ਦਾ, ਗੁਰੂ ਦੇ ਸ਼ਬਦ ਦਾ ਆਧਾਰ ਆਸਰਾ ਲੈਣਾ ਕਰੋ। ਗ੍ਰਹਿ ਮੰਦਰ ਮਹਿਲਾ ਜੋ ਦੀਸਵੇ। ਉੱਪਰ ਦੱਸਿਆ ਮਹਾਰਾਜ ਨੇ ਪਰਾਈ ਨਿੰਦਾ, ਪਰਾਇਆ ਧਨ, ਪਰਾਈ ਦਰ। ਹੁਣ ਮਹਾਰਾਜ ਕਹਿੰਦੇ ਆ ਕਿ ਜਿਹੜਾ ਆਪਣੀ ਆਪਾਂ ਕਿਰਤ ਕਮਾਈ ਕਰਕੇ ਜੋ ਕੁਝ ਇਕੱਠਾ ਕੀਤਾ ਸੀ, ਦਸਾਂ ਨੌਂ ਦੀ ਚਾਹੇ ਆਪਾਂ ਕਿਰਤ ਕੀਤੀ ਹੈ, ਆਪਣਾ ਜਿਹੜਾ ਘਰ, ਆਪਣੇ ਜਿਹੜੇ ਮੰਦਰ ਮਕਾਨ ਹਨ, ਮਹਿਲਾ, ਆਪਣੀ ਜਿਹੜੀ ਮਹਾਰਾਜ ਕਹਿੰਦੇ ਵਿਆਹੁਤਾ ਇਸਤਰੀ ਹੈ, ਇਹ ਜੋ ਕੁਝ ਵੀ ਹੈ ਨਾ ਕੋਈ ਸੰਗਾਰ। ਮਹਾਰਾਜ ਕਹਿੰਦੇ ਇਹ ਵੀ ਨਹੀਂ ਕੋਈ ਜਾਣਾ। ਪਰਾਇਆ ਤਾਂ ਮਹਾਰਾਜ ਕਿਹਾ ਵੀ ਛੱਡ ਹੀ ਦਿਓ, ਵੀ ਉਧਰ ਤਾਂ ਬਿਰਤੀ ਨਾ ਲੈ ਕੇ ਜਾਓ। ਤੇ ਜਿਹੜਾ ਆਪਣਾ ਹੈ ਘਰ ਦੇ ਵਿੱਚ ਜੋ ਕੁਝ ਵੀ ਸਾਰਾ ਕੁਝ ਦਿਸਦਾ ਹੈ, ਜਿਹਦੇ ਤੇ ਆਪਣੀ ਮੇਰ, ਮਹਾਰਾਜ ਕਹਿੰਦੇ ਵੀ ਇੱਥੋਂ ਵੀ ਮੇਰ ਹਟਾਓ। ਇਹ ਨਹੀਂ ਵੀ ਛੱਡ ਕੇ ਹੁਣ ਜੰਗਲਾਂ ਨੂੰ ਚੱਲ ਜਾਣਾ ਤਿਆਗੀ ਬਣ ਕੇ। ਮਹਾਰਾਜ ਕਹਿੰਦੇ ਰਹਿਣਾ ਤਾਂ ਪਰਿਵਾਰ ਦੇ ਵਿੱਚ ਹੀ ਹੈ, ਪਰ ਰਹਿਣ ਦਾ ਢੰਗ ਸਿੱਖ ਲੈਣਾ ਕਮਲ ਦੇ ਫੁੱਲ ਤੋਂ। ਮਹਾਰਾਜ ਕਹਿੰਦੇ ਵਿੱਚੇ ਗ੍ਰਹਿ ਸਦਾ ਰਹਿ ਉਦਾਸੀ, ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਰਹਿਣਾ ਗ੍ਰਸਤੀ ਦੇ ਵਿੱਚ ਹੀ ਹੈ, ਪਰਿਵਾਰ ਦੇ ਵਿੱਚ ਹੀ ਹੈ, ਪਰ ਰਹਿਣਾ ਇੱਦਾਂ ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿੰਦਾ। ਪਾਣੀ 'ਚ ਰਹਿ ਕਰਕੇ ਵੀ ਪਾਣੀ ਤੋਂ ਨਿਰਲੇਪ ਹੀ ਰਹਿੰਦਾ, ਪਾਣੀ ਦੀਆਂ ਬੂੰਦਾਂ ਵੀ ਟਿਕਦੀਆਂ ਨਹੀਂ ਉਹਦੇ 'ਤੇ। ਇੱਦਾਂ ਹੀ ਪਰਿਵਾਰ ਵਿੱਚ ਰਹਿ ਕਰਕੇ ਤੇ ਪਰਿਵਾਰ ਦਾ ਜਿਹੜਾ ਮੋਹ ਹੈ, ਮੋਹ ਨਹੀਂ ਕਰਨਾ, ਪਰਿਵਾਰ ਦੇ ਨਾਲ ਪ੍ਰੇਮ ਪਾਉਣਾ ਹੈ। ਪ੍ਰੇਮ ਦੇ ਨਾਲ ਰਿਸ਼ਤੇ ਮਜ਼ਬੂਤ ਹੋ ਜਾਂਦੇ ਹੈ, ਤੇ ਮੋਹ ਦੇ ਨਾਲ ਸੰਗਤ ਜਿਹੜੀਆਂ ਮੋਹ ਦੀਆਂ ਗੰਢਾਂ ਉਹ ਦੁੱਖ ਦਾ ਕਾਰਨ ਬਣ ਜਾਂਦੀਆਂ ਹਨ ਕਈ ਵਾਰ। ਤੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਹੜਾ ਘਰ ਦਿਸ ਰਿਹਾ, ਮੰਦਰ ਮਕਾਨ ਦਿਸ ਰਹੇ ਹੈ, ਮਹਿਲਾ ਜੋ ਘਰ ਵਿਆਹੁਤਾ ਇਸਤਰੀ ਦਿਸ ਰਹੀ ਹੈ, ਨਾ ਕੋਈ ਸੰਗਾਰ। ਇਹਨਾਂ ਨੇ ਅੱਗੇ ਨਹੀਂ ਕਿਤੇ ਵੀ ਜਾਣਾ ਸਾਡੇ ਨਾਲ ਪਰਲੋਕ ਵਿੱਚ। ਜਬ ਲਗ ਜੀਵਹਿ ਕਲੀ ਕਾਲ ਮਹਿ। ਇਹ ਹੁਣ ਸ਼ਬਦ ਦਾ ਨਿਚੋੜ ਤੇ ਸਿਧਾਂਤ ਦੱਸਦੇ ਮਹਾਰਾਜ ਗੁਰੂ ਅਰਜਨ ਸਾਹਿਬ ਜੀ। ਸਤਿਗੁਰੂ ਜੀ ਕਹਿੰਦੇ ਗੁਰਸਿੱਖੋ ਹੁਣ ਇਹ ਗੱਲ ਸੁਣੋ, ਜਿਹੜਾ ਸਿਧਾਂਤ ਹੈ ਅਸਲ ਵਿੱਚ ਉਹ ਇਹ ਕਿ ਜਬ ਲਗ, ਜਦੋਂ ਤੱਕ ਵੀ ਜੀਵ ਹੈ ਕਲੀ ਕਾਲ। ਕਲੀ ਨਾਮ ਹੈ ਕਲਯੁਗ ਦਾ, ਕਾਲ ਦਾ ਨਾਮ ਹੈ ਸਮਾਂ। ਕਲਯੁਗ ਦੇ ਸਮੇਂ ਦੇ ਮਹਿ ਵਿੱਚ ਜਦੋਂ ਤੱਕ ਵੀ ਆਪਾਂ ਜਿਉਂਦੇ ਹਾਂ, ਜਨ ਨਾਨਕ ਨਾਮ ਸਮਾਰ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਇਹ ਜੀਵਨ ਦੀ ਤਾਂ ਸਫਲਤਾ ਨਾਮ ਨੂੰ ਸੰਭਾਲੋਗੇ ਤਾਂ, ਵੀ ਉਹਨਾਂ ਚਿਰ ਜਿੰਨਾ ਚਿਰ ਤੱਕ ਅਸੀਂ ਦੁਨੀਆ ਵਿੱਚ ਜਿਉਂ ਰਹੇ ਹਾਂ, ਜਿਉਂਦੇ ਹਾਂ, ਉਹਨਾਂ ਚਿਰ ਤੱਕ ਨਾਮ ਨੂੰ ਜਪਦੇ ਰਹੋ, ਚੇਤੇ ਕਰਦੇ ਰਹੋ। ਇਹ ਮੂਲ ਸਿਧਾਂਤ ਗੁਰੂ ਸਾਹਿਬ ਨੇ ਸੰਗਤ ਦੀ ਸ਼ਬਦ ਵਿੱਚ ਦੱਸਿਆ। ਇਸ ਪ੍ਰਕਾਰ ਬੜੇ ਸੋਹਣੇ ਪ੍ਰਕਰਨ ਦੇ ਰਾਹੀਂ ਅੱਜ ਦੀ ਸਾਨੂੰ ਜੀਵਨ ਦੀ ਸਫਲਤਾ ਦੀ ਸਿੱਖਿਆ ਦਿੱਤੀ। ਪਹਿਲਾਂ ਅਰਦਾਸ ਮਹਾਰਾਜ ਨੇ ਕੀਤੀ ਕਿ ਇੱਦਾਂ ਅਰਦਾਸ ਕਰੋ ਵਾਹਿਗੁਰੂ ਅੱਗੇ, ਮਹਾਰਾਜ ਸਾਨੂੰ ਬਚਾ ਕੇ ਰੱਖੋ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਗੇ ਪਰਮਾਤਮਾ ਦਾ ਉਪਕਾਰ ਦੱਸਿਆ, ਕਿਵੇਂ ਮਾਤਾ ਦੇ ਉਦਰ ਵਿੱਚ ਸਾਡੀ ਉਸ ਨੇ ਰੱਖਿਆ ਕੀਤੀ ਹੈ। ਤੇ ਉੱਥੇ ਆਪਾਂ ਕਰਾਰ ਵੀ ਕੀਤੇ ਸਨ। ਜਦੋਂ ਸੰਗਤ ਜੀ ਬਾਣੀ ਪੜ੍ਹਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੀਰ 'ਤੇ ਆਪਾਂ ਜਾਂਦੇ ਹਾਂ, ਵਾਰਾਂ ਦੇ ਵਧੀਕ ਸ਼ਲੋਕ ਆਰੰਭ ਹੁੰਦੇ ਹੈ। ਉੱਥੇ ਜਦੋਂ ਤੁਕ ਪੜ੍ਹਦੇ ਹਾਂ, ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ। ਕਰਾਂ ਦਾ ਅਰਥ ਹੁੰਦਾ ਕਰਾਰ। ਜਿਹੜੇ ਗੁਰਮੁਖ ਨੇ ਉਹ ਕੀਤੇ ਹੋਏ ਕਰਾਰ ਜਿਹੜੇ ਮਾਤਾ ਦੇ ਉਦਰ ਦੇ ਵਿੱਚ ਕੀਤੇ ਸੀ ਨਾ, ਪਰਮਾਤਮਾ ਇੱਥੋਂ ਮੈਨੂੰ ਕੱਢੋ ਇੱਕ ਵਾਰ, ਤਾਂ ਮੈਂ ਆਪਣੀ ਜ਼ਿੰਦਗੀ ਦਾ ਦਸਵੰਧ, ਹਰ ਦਿਨ ਦਾ ਦਸਵੰਧ ਤੈਨੂੰ ਦੇਵਾਂਗਾ। ਉਹਨਾਂ ਕਰਾਰਾਂ ਨੂੰ ਚੇਤੇ ਕਰਦਿਆਂ ਹੋਇਆਂ ਗੁਰਮੁਖ ਸਦਾ ਹੀ ਪਰਮਾਤਮਾ ਨੂੰ ਚੇਤੇ ਕਰਦੇ ਰਹਿੰਦੇ ਹਨ। ਤੋ ਇਸ ਪ੍ਰਕਾਰ ਉਹ ਮਹਾਰਾਜ ਨੇ ਉਪਕਾਰ ਸਾਨੂੰ ਦੱਸਿਆ ਪਰਮਾਤਮਾ ਦਾ। ਉਹ ਗੁਰਮੁਖਾਂ ਨੂੰ ਚੇਤੇ ਹੈ, ਮਨਮੁਖਾਂ ਨੇ ਉਪਕਾਰ ਭੁਲਾ ਲਿਆ। ਤੋ ਮਹਾਰਾਜ ਫਿਰ ਸਾਨੂੰ ਦੱਸਦੇ ਹੈ ਹੁਣ ਜੀਵਨ ਕਿਵੇਂ ਸਫਲ ਹੋਵੇ। ਫਿਰ ਉਪਦੇਸ਼ ਦਿੱਤਾ ਅਗਲੀਆਂ 2 ਪੌੜੀਆਂ ਵਿੱਚ। ਉਪਦੇਸ਼ ਦੇ ਵਿੱਚ ਜਿਹੜਾ ਆਪਾਂ ਸੰਗਤ ਜੀ ਬਿਨਾਂ ਹੀ ਕਾਰਨ ਤੋਂ ਬੋਝ ਉਠਾ ਲਿਆ ਸੀ, ਮਹਾਰਾਜ ਕਹਿੰਦੇ ਉਹਨੂੰ ਛੱਡ ਦਿਓ। ਪਹਿਲਾਂ ਤਾਂ ਹੁਣ ਚੜ੍ਹਨਾ ਹੋਵੇ ਪਹਾੜ 'ਤੇ ਬਿਨਾਂ ਹੀ ਕਾਰਨ ਤੋਂ ਕੁਝ ਹੋਰ ਲਾਲਚ ਵਸ ਹੋ ਕੇ ਚੀਜ਼ਾਂ ਦਾ ਭਾਰ ਚੱਕ ਲਈਏ, ਉਹ ਜਿਹੜਾ ਅੱਗੇ ਸਾਡੇ ਕੰਮ ਵੀ ਕਿਤੇ ਨਹੀਂ ਆਉਣਾ, ਤੇ ਉਹ ਫਿਰ ਸੰਗਤ ਜੀ ਛੱਡਣ ਵਿੱਚ ਹੀ ਭਲਾ ਹੈ। ਪਰ ਕਹਿੰਦੇ ਇਸੇ ਤਰ੍ਹਾਂ ਪਰਾਈ ਨਿੰਦਿਆ, ਪਰਾਇਆ ਤਨ, ਪਰਾਇਆ ਧਨ,
ਇਹ ਪੰਡਾਂ ਬੰਨ੍ਹ ਕੇ ਆਪਾਂ ਸਿਰ ਤੇ ਚੱਕ ਲਈਆਂ, ਇਹ ਕਿਸੇ ਕੰਮ ਨਹੀਂ ਆਉਣਾ ਹੈ। ਇੱਥੇ ਵੀ ਕਿਰਦਾਰ ਖਰਾਬ ਕਰ ਦੇਣਾ। ਤੋ ਮਹਾਰਾਜ ਕਹਿੰਦੇ ਇਹਨੂੰ ਤਾਂ ਛੱਡ ਦਿਓ ਪਹਿਲਾਂ। ਤੇ ਦੂਜੇ ਨੰਬਰ 'ਤੇ ਫਿਰ ਮਹਾਰਾਜ ਕਹਿੰਦੇ ਆ ਕਿ ਜੋ ਘਰ ਵਿੱਚ ਸਾਨੂੰ ਦਿਸ ਰਿਹਾ ਆਪਣਾ, ਜਿੱਥੇ ਸਾਡੀ ਮੇਰ ਬਣੀ ਹੋਈ ਹੈ, ਮਹਾਰਾਜ ਕਹਿੰਦੇ ਇਹਦੀ ਮੇਰ ਛੱਡ ਦਿਆ ਜੀ। ਘਰ ਨਹੀਂ ਛੱਡਣਾ, ਮੇਰ ਛੱਡਣੀ ਹੈ। ਤੋ ਮੇਰ ਛੱਡ ਕਰਕੇ ਮਹਾਰਾਜ ਕਹਿੰਦੇ ਫਿਰ ਜੀਵਨ ਸਫਲ ਹੋਵੇ। ਤੇ ਮਹਾਰਾਜ ਹੁਣ ਸਫਲ ਕਿਵੇਂ ਹੋਏ? ਮਹਾਰਾਜ ਕਹਿੰਦੇ ਇੱਕ ਤਾਂ ਗੁਰੂ ਦਾ ਆਸਰਾ ਲੈ ਲਓ, ਗੁਰੂ ਦਾ ਸਹਾਰਾ, ਕਿਉਂਕਿ ਜ਼ਿੰਦਗੀ ਸਹਾਰੇ ਤੋਂ ਬਿਨਾਂ ਨਹੀਂ ਹੈ। ਕੋਈ ਵੀ ਚੀਜ਼ ਜਿੰਨੀਆਂ ਵੀ ਆਪਾਂ ਦੇਖ ਰਹੇ ਹਾਂ, ਹਰੇਕ ਕਿਸੇ ਨਾ ਕਿਸੇ ਦੇ ਸੰਗਤ ਦੀ ਸਹਾਰੇ ਹੀ ਖਲੋਤੀ ਹੋਈ ਹੈ ਚੀਜ਼। ਆਪਾਂ ਵੀ ਕਿਸੇ ਨਾ ਕਿਸੇ ਦੇ ਸਹਾਰੇ ਹੀ ਹੈ ਨਾ। ਪ੍ਰਾਣਾਂ ਦਾ ਸਹਾਰਾ ਹੈ ਸਾਡੇ ਸਰੀਰ ਨੂੰ, ਪ੍ਰਾਣ ਨਿਕਲੇ ਸਰੀਰ ਢਹਿਰੀ ਹੋ ਜਾਂਦਾ। ਇਸ ਕਰਕੇ ਸਹਾਰਾ ਲੈਣਾ, ਮਹਾਰਾਜ ਕਹਿੰਦੇ ਗੁਰੂ ਦਾ ਸਹਾਰਾ ਲੈਣਾ ਹੈ। ਗੁਰੂ ਦਾ ਸਹਾਰਾ ਕੀ ਲੈਣਾ? ਕਿ ਗੁਰੂ ਦੇ ਸ਼ਬਦ ਦਾ ਆਸਰਾ, ਜੋ ਗੁਰੂ ਦੇ ਬਚਨ ਸ਼ਬਦ ਨੇ, ਇਹ ਪੜ੍ਹ ਕੇ ਸੁਣ ਕੇ ਵਿਚਾਰਨੇ ਹਨ, ਇਹੀ ਸਹਾਰਾ ਦੇਣਾ ਆਪਣੇ ਮਨ ਨੂੰ। ਤੇ ਫਿਰ ਮਹਾਰਾਜ ਕਹਿੰਦੇ ਜਿੰਨਾ ਚਿਰ ਜਿਉਣੇ ਆ ਉਹਨਾਂ ਚਿਰ ਤੱਕ ਰੱਬ ਦਾ ਨਾਮ ਜਪਦੇ ਹੀ ਰਹੋ, ਜਪਦੇ ਹੀ ਰਹੋ। ਇਹ ਸਿੱਟਾ ਕੱਢ ਕੇ ਮਹਾਰਾਜ ਸਾਨੂੰ ਦਿੱਤਾ। ਸੋ ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਨੇ ਸੋਹਣਾ ਸਿਧਾਂਤ ਸਾਨੂੰ ਸਮਝਾਇਆ। ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ, ਬਖਸ਼ਿਸ਼ ਕੀਤਾ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਐਸੇ ਮਹਾਨ ਸਤਿਗੁਰਾਂ ਦੇ ਮਹਾਨ ਉਪਦੇਸ਼ ਨੂੰ ਸੁਣ ਕੇ ਮੰਨ ਕੇ ਕਮਾਈਏ, ਜਿਹਦੇ ਕਰਕੇ ਸਾਡਾ ਜੀਵਨ ਸਫਲ ਹੋ ਜਾਵੇ। ਫੁੱਲਾਂ ਚੁੱਕਾਂ ਦੀ ਖਿਮਾ। ਗ੍ਰਹਿ ਬੰਦਰ ਮਹਿਲਾ ਜੋ ਦੀਸਹਿ, ਨਾ ਕੋਈ ਸੰਗਾਰ। ਜਬ ਲਗ ਜੀਵਹਿ ਕਲੀ ਕਾਲ ਮਹਿ, ਜਨ ਨਾਨਕ ਨਾਮ ਸਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ